ਡੀਅਰ ਸਟੂਡੈਂਟਸ ਵੈਲਕਮ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਡਿਸਕਸ਼ਨ ਮੈਥਡ, ਚਰਚਾ ਵਿਧੀ। ਚਰਚਾ ਵਿਧੀ ਦਾ ਜਿਹੜਾ ਮੀਨਿੰਗ ਹੈ, ਅਰਥ ਹੈ, ਇਹਦੇ ਵਿੱਚ ਹੁੰਦਾ ਹੈ ਕਿ ਜਦੋਂ ਅ ਗਰੁੱਪ ਆਫ ਪੀਪਲ, ਅ ਨੰਬਰ ਆਫ ਪੀਪਲ ਕੋਈ ਵੀ ਕਿਸੇ ਵੀ ਟੌਪਿਕ 'ਤੇ ਵਿਚਾਰ ਵਟਾਂਦਰਾ ਕਰਦੇ ਨੇ, ਜਿਹਦੇ ਵਿੱਚ ਜਿਹੜੇ ਪੂਰੇ ਸਿਧਾਂਤਾਂ ਨੂੰ, ਪ੍ਰਿੰਸੀਪਲਸ ਨੂੰ ਧਿਆਨ ਦੇ ਵਿੱਚ ਰੱਖ ਕੇ ਡਿਸਕਸ਼ਨ ਹੁੰਦੀ ਹੈ, ਉਹਨੂੰ ਅਸੀਂ ਕਹਾਂਗੇ ਡਿਸਕਸ਼ਨ ਮੈਥਡ। ਇਹ ਜਿਹੜਾ ਪ੍ਰੋਸੈਸ ਹੈ ਇੱਕ ਲੋਕਤੰਤਰ ਦਾ ਭਾਗ ਵੀ ਹੈ ਅਤੇ ਇਹਨੂੰ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ। ਹੁਣ ਅਸੀਂ ਕਰਾਂਗੇ ਇਹਦੀਆਂ ਕੁਛ ਡੈਫੀਨੇਸ਼ਨਸ। ਯੋਕਮ ਤੇ ਸਿੰਪਸਨ ਦੇ ਅਕੋਰਡਿੰਗ ਚਰਚਾ ਗੱਲਬਾਤ ਦਾ ਇੱਕ ਖਾਸ ਰੂਪ ਹੈ। ਇਹ ਆਮ ਗੱਲਬਾਤ ਨਾਲੋਂ ਜ਼ਿਆਦਾ ਤਾਰਕਿਕ ਮੀਨਸ ਲੌਜਿਕ ਅਤੇ ਵਿਸਥਾਰ ਵਿਚਾਰ ਦਾ ਆਦਾਨ ਪ੍ਰਦਾਨ ਹੈ ਅਤੇ ਇਸ ਗੱਲਬਾਤ ਵਿੱਚ ਕੋਈ ਮਹੱਤਵਪੂਰਨ ਵਿਚਾਰ ਜਾਂ ਜਿਹੜੀ ਸਮੱਸਿਆ ਉਹ ਸ਼ਾਮਿਲ ਹੁੰਦੀ ਹੈ। Discussion is a special form of conversation. It is an exchange of ideas of a more reasoned and detailed kind than that found in ordinary conversation and generally involves the conversation of important ideas and issues. Next definition है according to Settler and Miller, ਚਰਚਾ ਦੋ ਜਾਂ ਦੋ ਤੋਂ ਜ਼ਿਆਦਾ ਵਿਅਕਤੀਆਂ ਵਿਚਕਾਰ ਡੂੰਘੀ ਸੋਚ ਹੈ ਜਿਸ ਦੁਆਰਾ ਉਹ ਸੂਚਨਾ ਦਾ ਆਪਸੀ ਮਦਦ ਨਾਲ ਆਦਾਨ ਪ੍ਰਦਾਨ ਕਰਦੇ ਹਨ ਅਤੇ ਕੋਈ ਸਮੱਸਿਆ ਦਾ ਸਮਾਧਾਨ ਕਰਨ ਲਈ ਜਾਂ ਸਮੱਸਿਆ ਨੂੰ ਚੰਗੀ ਤਰ੍ਹਾਂ ਨਾਲ ਸਮਝਣ ਲਈ ਵਿਚਾਰ ਕਰਦੇ ਹਨ। ਡਿਸਕਸ਼ਨ ਇਜ਼ ਅ ਰਿਫਲੈਕਟਿਵ ਥਿੰਕਿੰਗ ਬਾਈ ਟੂ ਔਰ ਮੋਰ ਪਰਸਨਸ ਹੂ cooperatively exchange information and ideas in effort to solve a problem or to gain better understanding of a problem. Next definition is according to risk. ਚਰਚਾ ਤੋਂ ਭਾਵ ਅਧਿਐਨ ਅਧੀਨ ਵਿਸ਼ੇ ਜਾਂ ਸਮੱਸਿਆ ਵਿੱਚ ਪਏ ਅੰਤਰ ਸੰਬੰਧਾਂ 'ਤੇ ਤਰਕਮਈ ਵਿਚਾਰ ਕਰਨਾ। ਇਹ ਅੰਤਰ ਸੰਬੰਧਾਂ ਦੇ ਵਿਸ਼ਲੇਸ਼ਣ, ਤੁਲਨਾ ਅਤੇ ਮੁਲਾਂਕਣ ਕਰਕੇ ਜਿਹੜੇ ਨਤੀਜੇ ਨੇ ਉਹ ਕੱਢੇ ਜਾਂਦੇ ਨੇ। ਡਿਸਕਸ਼ਨ ਮੀਨਸ thoughtful consideration of the relationships involved in the topic or problem under study. The relationships are analyzed, compared and evaluated and conclusions may be drawn. Next definition is according to James L. Lee ਦੇ ਅਕੋਰਡਿੰਗ ਚਰਚਾ ਇੱਕ ਵਿਦਿਅਕ ਸਮੂਹ ਗਤੀਵਿਧੀ ਹੈ ਜਿਸ ਵਿੱਚ ਅਧਿਆਪਕ ਅਤੇ ਵਿਦਿਆਰਥੀ ਦੇ ਆਪਸੀ ਸਹਿਯੋਗ ਨਾਲ ਕਿਸੇ ਵੀ ਜਿਹੜੀ ਸਮੱਸਿਆ ਜਾਂ ਵਿਸ਼ੇ 'ਤੇ ਗੱਲਬਾਤ ਕਰਦੇ ਹਨ। Discussion is an educational group activity in which the teacher and the students cooperatively talk over some problem or topic. Next definition ਇੱਕ ਹੋਰ ਤੁਹਾਨੂੰ ਦੱਸ ਰਹੀ ਹਾਂ according to ਵੈਬਸਟਰ, ਚਰਚਾ ਤੋਂ ਭਾਵ ਹੈ ਕਿਸੇ ਵਿਸ਼ੇ, ਸਮੱਸਿਆ ਜਾਂ ਨਵਾਬ ਦੇ ਭਿੰਨ-ਭਿੰਨ ਪੱਖਾਂ 'ਤੇ ਸੋਚਣਾ, ਅਧਿਐਨ ਕਰਨਾ ਜਾਂ ਖੋਜਣਾ। ਚਰਚਾ ਵਿਧੀ ਦਾ ਖੇਤਰ ਇੱਕ ਸੰਕੀਰਨ ਸਵਾਲ ਤੋਂ ਲੈ ਕੇ ਕਿਸੇ ਗੈਰ ਸੂਚਕ ਰਸਤੇ ਦੁਆਰਾ ਅਧਿਆਪਕ ਦੀ ਮਦਦ ਨਾਲ ਅਤੇ ਸੁਤੰਤਰਤਾ ਵਿੱਚ ਜਵਾਬ ਲੱਭਣਾ ਸ਼ਾਮਿਲ ਹੈ। ਇਹ ਤਕਨੀਕੀ ਲੋਕਤੰਤਰ ਲਾਜ਼ਮੀ ਦਾ ਇੱਕ ਜ਼ਰੂਰੀ ਅੰਗ ਹੈ। ਡਿਸਕਸ਼ਨ ਮੀਨਸ to consider, examine or investigate the various sides of a question, topic or problem. The discussion method ranges all the way from a narrow question and answer technique is a non-directive approach with the teacher playing a laissez-faire role. This technique is an essential part of the democratic process. Next ਇੱਕ definition ਹੋ ਰਿਹਾ ਗੁਡਜ਼ ਡਿਕਸ਼ਨਰੀ ਆਫ ਐਜੂਕੇਸ਼ਨ ਦੇ ਅਕੋਰਡਿੰਗ, ਇਹ ਇੱਕ ਅਜਿਹੀ ਗਤੀਵਿਧੀ ਹੈ ਜਿਸ ਵਿੱਚ ਹਿੱਸੇਦਾਰੀ ਇਮਾਨਦਾਰੀ ਨਾਲ ਕਿਸੇ ਵਿਸ਼ੇ, ਜਵਾਬ ਜਾਂ ਸਮੱਸਿਆ ਬਾਰੇ ਨਿਸ਼ਚਿਤ ਨਤੀਜੇ 'ਤੇ ਪਹੁੰਚਦੇ ਹਨ। ਡਿਸਕਸ਼ਨ ਇੰਪਲਾਈਜ਼ ਐਨ ਐਕਟੀਵਿਟੀ ਕਰੈਕਟਰਾਈਜ਼ਡ ਬਾਈ adherence to a topic, question or problem about which the participants sincerely wish to arrive at a decision. Objectives of discussion method. ਜ਼ਿਆਦਾ ਪ੍ਰਵਾਨਿਤ ਮੀਨਸ ਹੁੰਦਾ ਸੋਲਿਡ, ਜਿਹੜੇ ਸਹੀ ਹੁੰਦੇ ਨੇ ਉਸ ਨਤੀਜੇ 'ਤੇ ਪਹੁੰਚਣਾ। ਆਲੋਚਨਾਤਮਕ ਅਤੇ ਜਿਹੜੇ ਤਾਰਕਿਕ ਯੋਗਤਾਵਾਂ ਨੇ ਉਹਨਾਂ ਨੂੰ ਵਿਕਸਿਤ ਕਰਨਾ। ਨੈਕਸਟ ਹੈ ਵਿਚਾਰਾਂ ਨੂੰ ਸਪਸ਼ਟ ਰੂਪ ਵਿੱਚ ਪ੍ਰਗਟਾਉਣ ਦੀ ਜਿਹੜੀ ਯੋਗਤਾ ਉਹ ਵਿਕਸਿਤ ਕਰਨਾ। ਜਿਹੜੀ ਹੱਥ ਦੇ ਵਿੱਚ ਸਮੱਸਿਆ ਲਈ ਹੋਈ ਅਸੀਂ ਨੇ ਉਹਦੇ ਪ੍ਰਤੀ ਸੰਵੇਦਨਸ਼ੀਲ ਅਤੇ ਜਾਗਰੂਕ ਬਣਾਉਣਾ। ਧਾਰਨਾਵਾਂ, ਸਿਧਾਂਤਾਂ ਦੇ ਤੱਥਾਂ ਦਾ ਪਰੀਖਣ ਕਰ ਸਕਣ ਦੀ ਜਿਹੜੀ ਯੋਗਤਾ ਉਹਨੂੰ ਵਿਕਸਿਤ ਕਰਨਾ। ਸਮੱਸਿਆਵਾਂ ਦੇ ਜਿਹੜੇ ਨਵੇਂ ਹੱਲ ਨੇ ਉਹ ਲੱਭ ਕੇ ਕ੍ਰੀਏਟਿਵਿਟੀ ਵਿਕਸਿਤ ਕਰਨਾ। ਭਾਸ਼ਾ ਦੇ ਜਿਹੜੇ ਕੌਸ਼ਲ ਨੇ ਉਹਨਾਂ ਨੂੰ ਵਿਕਸਿਤ ਕਰਨਾ। ਵਿਰੋਧੀ ਭਾਵਾਂ ਨੂੰ ਸੁਣਨ ਅਤੇ ਜਿਹੜੀ ਸਹਾਰਨ ਦੀ ਸ਼ਕਤੀ ਵਿਕਸਿਤ ਕਰਨਾ, ਮੀਨਸ ਟੋਲਰੈਂਸ ਪਾਵਰ ਡਿਵੈਲਪ ਕਰਨਾ। ਸਹਿਯੋਗ ਅਤੇ ਹੋਰ ਸਮਾਜਿਕ ਮੁੱਲ ਨੇ ਜਿਹੜੇ ਮੋਰਲ ਵੈਲਿਊਜ਼ ਨੇ ਉਹਨਾਂ ਨੂੰ ਵਿਕਸਿਤ ਕਰਨਾ। ਵੱਖ-ਵੱਖ ਜਿਹੜੇ ਮਤ ਮੀਨਸ ਵਿਚਾਰ ਹੁੰਦੇ ਨੇ ਅਲੱਗ-ਅਲੱਗ ਦੇ ਅਨੁਭਵ, ਵਿਚਾਰਾਂ ਅਤੇ ਨਿਰੀਖਣਾਂ ਦੀ ਵਰਤੋਂ ਕਰਨਾ। ਸਵਾਲ ਜਵਾਬ ਕਰਨ ਦਾ ਜਿਹੜਾ ਸਲੀਕਾ ਹੈ ਉਹ ਵਿਕਸਿਤ ਕਰਨਾ। ਹੁਣ ਅਸੀਂ ਗੱਲ ਕਰਾਂਗੇ ਐਸੈਂਸ਼ੀਅਲ ਐਲੀਮੈਂਟਸ ਆਫ ਡਿਸਕਸ਼ਨ ਮੈਥਡ। ਇੱਕ ਜਿਹੜਾ ਡਿਸਕਸ਼ਨ ਹੈ ਉਹਦੇ
ਕਿਹੜੇ ਜ਼ਰੂਰੀ ਤੱਤ ਨੇ। ਸਭ ਤੋਂ ਪਹਿਲਾਂ ਹੈ ਲੀਡਰ, ਫਿਰ ਅ ਗਰੁੱਪ, ਅ ਪ੍ਰੋਬਲਮ। ਹੁਣ ਲੀਡਰ ਇਹਦੇ ਵਿੱਚ ਜਿਹੜੇ ਅਧਿਆਪਕ ਵੀ ਹੋ ਸਕਦੇ ਨੇ। ਜਿਹੜਾ ਅਧਿਆਪਕ ਹੈ ਉਹ ਸਾਰੀ ਜਿਹੜੀ ਡਿਸਕਸ਼ਨ ਹੈ ਉਹਦੀ ਰੂਪਰੇਖਾ ਮੀਨਜ਼ ਉਹਦਾ ਫਰੇਮਵਰਕ ਤਿਆਰ ਕਰਦਾ ਹੈ ਅਤੇ ਸਮੱਸਿਆ ਨੂੰ ਚੁਣਦਾ ਹੈ ਅਤੇ ਉਹਦੇ ਬਾਰੇ ਜਿਹੜੀ ਜਾਣਕਾਰੀ ਉਹ ਦਿੰਦਾ ਹੈ। ਅਤੇ ਜਿਹੜਾ ਅਧਿਆਪਕ ਹੈ ਜਾਂ ਲੀਡਰ ਹੈ ਉਹ ਪੂਰੀਆਂ ਜਿਹੜੀਆਂ ਗਾਈਡਲਾਈਨਸ ਨੇ ਉਹ ਪ੍ਰੋਵਾਈਡ ਕਰਦਾ ਹੈ, ਮਾਰਗਦਰਸ਼ਨ ਵੀ ਕਰਦਾ ਹੈ, ਕੰਟਰੋਲ ਵੀ ਕਰਦਾ ਹੈ, ਓਬਜ਼ਰਵ ਵੀ ਕਰਦਾ ਹੈ। ਸੈਕਿੰਡ ਹੈ ਅ ਗਰੁੱਪ। ਵਿਦਿਅਕ ਚਰਚਾ ਹੁੰਦੀ ਜਿਹੜੀ ਜਾਂ ਐਜੂਕੇਸ਼ਨਲ ਡਿਸਕਸ਼ਨ ਹੁੰਦੀ ਉਹਦੇ ਵਿੱਚ ਵਿਦਿਆਰਥੀਆਂ ਦਾ ਇੱਕ ਗਰੁੱਪ ਹੁੰਦਾ ਹੈ ਅਤੇ ਇੱਕ ਤੋਂ ਜ਼ਿਆਦਾ ਵਿਅਕਤੀਆਂ ਦੀ ਜਿਹੜੀ ਇੰਟਰੈਕਸ਼ਨ ਹੁੰਦੀ ਹੈ ਉਹਨੂੰ ਸਮੂਹ ਕਿਹਾ ਜਾਂਦਾ ਹੈ। ਇਹ ਬਹੁਤ ਛੋਟਾ ਵੀ ਹੋ ਸਕਦਾ ਅਤੇ ਵੱਡਾ ਵੀ ਹੋ ਸਕਦਾ ਹੈ। ਜਿੰਨਾ ਵੱਡਾ ਸਮੂਹ ਹੋਵੇਗਾ ਉਨੀ ਜ਼ਿਆਦਾ ਜਿਹੜੇ ਭਿੰਨਤਾਵਾਂ ਹੋਣਗੀਆਂ। ਨੈਕਸਟ ਹੈ ਪ੍ਰੋਬਲਮ, ਇੱਕ ਸਮੱਸਿਆ। ਸਮੱਸਿਆ ਨੂੰ ਦੂਸਰੇ ਸ਼ਬਦਾਂ ਦੇ ਵਿੱਚ ਜਿਹੜਾ ਅਸੀਂ ਉਪ ਵਿਸ਼ਾ ਵੀ ਕਹਿ ਸਕਦੇ ਹਾਂ, ਮੀਨਜ਼ ਜਿਹੜਾ ਅਸੀਂ ਟੌਪਿਕ ਲੈਣਾ ਹੁੰਦਾ ਹੈ ਅਤੇ ਜਿਹਦੇ ਉੱਪਰ ਜਿਹੜੀ ਚਰਚਾ ਉਹ ਕੀਤੀ ਜਾਣੀ ਹੁੰਦੀ ਹੈ। ਉਹਦਾ ਸੰਬੰਧ ਹੈ ਜਿਹੜਾ ਉਹ ਇੱਕ ਜਿਹੜਾ ਲੀਡਰ ਹੈ ਅਤੇ ਗਰੁੱਪ ਇਹਨਾਂ ਦੇ ਨਾਲ ਹੁੰਦਾ ਹੈ, ਕਿਉਂਕਿ ਵਿਦਿਅਕ ਸੰਸਥਾ ਦੇ ਵਿੱਚ ਜਿਹੜੇ ਉਪ ਵਿਸ਼ੇ ਦਾ ਜਿਹੜਾ ਚੁਣਾਵ ਹੈ ਉਹ ਲੀਡਰ ਕਰਦਾ ਹੈ ਅਤੇ ਗਰੁੱਪ ਦੇ ਲਈ ਹੀ ਕਰਦਾ ਹੈ। ਨੈਕਸਟ ਹੁਣ ਅਸੀਂ ਗੱਲ ਕਰਾਂਗੇ ਪ੍ਰੋਸੀਜਰ ਆਫ ਡਿਸਕਸ਼ਨ ਮੈਥਡ। ਜਿਹੜਾ ਡਿਸਕਸ਼ਨ ਮੈਥਡ ਦਾ ਪ੍ਰੋਸੀਜਰ ਆ ਉਹਦੇ ਵਿੱਚ ਕਿਹੜੇ ਸਟੈਪਸ ਨੇ। ਪਹਿਲਾ ਹੈ ਇੰਟਰੋਡਿਊਸਿੰਗ ਦਾ ਪ੍ਰੋਬਲਮ, ਸਮੱਸਿਆ ਤੋਂ ਜਾਣੂ ਕਰਾਉਣਾ। ਜਿਹੜਾ ਵਧੀਆ ਅਧਿਆਪਕ ਹੈ ਉਹ ਵਿਦਿਆਰਥੀਆਂ ਦੀ ਮਦਦ ਦੇ ਨਾਲ ਹੀ ਜਿਹੜਾ ਡਿਸਕਸ਼ਨ ਦੇ ਲਈ ਟੌਪਿਕ ਹੈ ਉਹ ਚੂਜ਼ ਕਰਦਾ ਹੈ, ਮੀਨਜ਼ ਜਿਹੜਾ ਕਿ ਪ੍ਰੋਬਲਮ ਵਾਲਾ ਹੁੰਦਾ ਹੈ। ਹੁਣ ਜੇਕਰ ਬੱਚਿਆਂ ਨੂੰ ਆਲਰੇਡੀ ਉਹ ਚੀਜ਼ ਪਤਾ ਹੈ ਤਾਂ ਅਧਿਆਪਕ ਉਹਤੇ ਡਿਸਕਸ਼ਨ ਕਰਾਇਆ ਗਿਆ ਤਾਂ ਇਹਦਾ ਕੋਈ ਬੈਨੀਫਿਟ ਨਹੀਂ ਹੋਏਗਾ। ਇਸ ਕਰਕੇ ਸਭ ਤੋਂ ਪਹਿਲਾਂ ਕੀ ਹੈ ਵੀ ਜਿਹੜੀ ਪ੍ਰੋਬਲਮ ਹੈ ਉਹਨੂੰ ਇੰਟਰੋਡਿਊਸ ਕਰਨਾ, ਉਹਦੇ ਤੋਂ ਜਾਣੂ ਕਰਵਾਉਣਾ। ਨੈਕਸਟ ਹੈ ਇੰਟਰੋਡਿਊਸਿੰਗ ਦਾ ਸੋਰਸਸ, ਫਿਰ ਸਰੋਤਾਂ ਤੋਂ ਜਾਣੂ ਕਰਾਉਣਾ। ਟੌਪਿਕ ਜਾਂ ਜਿਹੜੀ ਅਸੀਂ ਸਮੱਸਿਆ ਉਹਦੇ ਹੱਲ ਨਾਲ ਸੰਬੰਧਿਤ ਜਿਹੜੇ ਰਿਸੋਰਸਿਸ ਨੇ ਅਧਿਆਪਕ ਵਿਦਿਆਰਥੀਆਂ ਦੇ ਅੱਗੇ ਰੱਖਦਾ, ਜਿਵੇਂ ਕਿ ਇੰਟਰਨੈਟ ਦੀਆਂ ਸਾਈਟਸ ਹੋ ਗਈਆਂ, ਅਲੱਗ-ਅਲੱਗ ਕਿਤਾਬਾਂ ਹੋ ਗਈਆਂ, ਕੋਈ ਜਿਹੜੇ ਖੋਜ ਪੱਤਰ ਨੇ ਜਾਂ ਕਿਸੇ ਖਾਸ ਦਿਨ ਦਾ ਕੋਈ ਨਿਊਜ਼ਪੇਪਰ ਵਗੈਰਾ, ਉਹਦੇ ਅਕੋਰਡਿੰਗ ਜਿਹੜੇ ਬੱਚੇ ਨੇ ਉੱਥੋਂ ਆਪਣਾ ਜਿਹੜਾ ਮਟੀਰੀਅਲ ਉਹ ਇਕੱਠਾ ਕਰਨਗੇ। ਨੈਕਸਟ ਹੈ ਪ੍ਰੈਪਰੇਸ਼ਨ, ਫਿਰ ਤਿਆਰੀ। ਜਿਹੜੇ ਸੋਰਸਿਸ ਨੇ ਉਹਨਾਂ ਦੀ ਹੈਲਪ ਦੇ ਨਾਲ ਜਿਹੜੇ ਵਿਦਿਆਰਥੀ ਨੇ ਉਹ ਪ੍ਰੋਬਲਮ ਤੱਕ ਪਹੁੰਚਦੇ ਨੇ ਤਾਂ ਜੋ ਉਹਦਾ ਜਿਹੜਾ ਸਹੀ ਹੱਲ ਹੈ ਉਹ ਕਰ ਸਕਣ, ਅਤੇ ਜਿਹੜਾ ਕੰਟੈਂਟ ਹੈ ਉਹ ਪੜ੍ਹਦੇ ਨੇ ਅਤੇ ਨੋਟ ਕਰਦੇ ਨੇ। ਜਿੰਨੇ ਜ਼ਿਆਦਾ ਜਿਹੜੇ ਵਿਦਿਆਰਥੀ ਮੋਟੀਵੇਟ ਹੋਣਗੇ ਉਨੇ ਜ਼ਿਆਦਾ ਹੀ ਜਿਹੜੇ ਰਿਸੋਰਸਿਸ ਤੋਂ ਸਟੱਡੀ ਕਰਨਗੇ, ਮੀਨਜ਼ ਆਪਣਾ ਜਿਹੜਾ ਪੂਰਾ ਟੌਪਿਕ ਹੈ ਉਹਨਾਂ ਰਿਲੇਟਡ ਜਿਹੜੀ ਪ੍ਰੈਪਰੇਸ਼ਨ ਆ ਉਹ ਕਰਨਗੇ। ਉਹ ਆਪਣੇ ਪੇਰੈਂਟਸ ਤੋਂ, ਆਪਣੇ ਕਿਸੇ ਵੱਡੇ ਭੈਣ ਭਰਾ ਤੋਂ ਜਿਹੜੀ ਹੈਲਪ ਆ ਉਹ ਵੀ ਲੈ ਸਕਦੇ ਨੇ, ਮੀਨਜ਼ ਉਹਨਾਂ ਨੇ ਪੂਰੀ ਜਿਹੜੀ ਤਿਆਰੀ ਉਹ ਕਰਨੀ ਹੁੰਦੀ ਹੈ। ਨੈਕਸਟ ਹੈ ਕੰਡਕਟਿੰਗ ਡਿਸਕਸ਼ਨ, ਫਿਰ ਚਰਚਾ ਦਾ ਸੰਚਾਲਨ ਕਰਨਾ। ਹੁਣ ਜਿਹੜਾ ਅਧਿਆਪਕ ਹੈ ਉਹ ਸਾਰੀ ਡਿਸਕਸ਼ਨ ਨੂੰ ਕੰਡਕਟ ਕਰਦਾ ਹੈ, ਸੰਚਾਲਨ ਕਰਦਾ ਹੈ, ਚਲਾਉਂਦਾ ਹੈ। ਉਹਨੂੰ ਜੇ ਕੋਈ ਜਿਹੜਾ ਵਿਦਿਆਰਥੀ ਅਗਰ ਕਾਬਿਲ ਲੱਗਦਾ ਹੈ ਤਾਂ ਜਿਹੜਾ ਕੰਡਕਟਿੰਗ ਵਾਲਾ ਕੰਮ ਹੈ ਕਿਸੇ ਬੱਚੇ ਨੂੰ ਵੀ ਸੌਂਪ ਸਕਦਾ ਹੈ ਅਧਿਆਪਕ। ਅਤੇ ਉਹਨੇ ਕੰਡਕਟਿੰਗ ਦੇ ਦੌਰਾਨ ਕੀ ਦੇਖਣਾ ਹੁੰਦਾ ਵੀ ਜਿਹੜਾ ਵਿਦਿਆਰਥੀ ਹੈ ਉਹ ਚਰਚਾ ਨੂੰ ਵਿਵਾਦ ਬਣਨ ਤੋਂ ਰੋਕੇ, ਉਪ ਵਿਸ਼ੇ ਤੋਂ ਭਟਕਣ ਤੋਂ ਰੋਕੇ, ਅਤੇ ਜਿਹੜਾ ਸ਼ਿਸ਼ਟਾਚਾਰ ਆ ਉਹਦਾ ਧਿਆਨ ਰੱਖੇ, ਅਤੇ ਜਿਹੜਾ ਐਂਡ 'ਤੇ ਕਨਕਲੂਜਨ ਕੱਢਣਾ ਉਹਦੇ ਵਿੱਚ ਮਦਦ ਕਰੇ। ਨੈਕਸਟ ਹੈ ਇਵੈਲੂਏਸ਼ਨ, ਇਹ ਬਿਲਕੁਲ ਲਾਸਟ ਸਟੈਪ ਹੈ ਇਹਦਾ। ਇਹਦੇ ਵਿੱਚ ਇਹ ਹੈ ਵੀ ਜਿਹੜੇ ਕੋਈ ਵੀ ਜਿਹੜੀ ਡਿਸਕਸ਼ਨ ਹੈ ਜਿਸ ਵੀ ਟੌਪਿਕ 'ਤੇ ਕੀਤੀ ਗਈ ਹੈ ਉਹਦੇ ਨਾਲ ਰਿਲੇਟਡ ਉਹਨੂੰ ਇਵੈਲੂਏਟ ਕਰਨਾ ਕਿ ਇਹਦੇ ਕਿਹੜੇ ਜਿਹੜੇ ਰਿਜ਼ਲਟਸ ਨੇ ਉਹ ਆਏ, ਕਿ ਜਿਹੜੀ ਸਮੱਸਿਆ ਨੂੰ ਲੈ ਕੇ ਅਸੀਂ ਨੇ ਡਿਸਕਸ਼ਨ ਕੀਤੀ ਸੀ ਕਿ ਉਹ ਸਮੱਸਿਆ ਦਾ ਹੱਲ ਨਿਕਲਿਆ ਜਾਂ ਨਹੀਂ ਨਿਕਲਿਆ। ਹੁਣ ਅਸੀਂ ਗੱਲ ਕਰਾਂਗੇ ਮੈਰਿਟਸ ਆਫ ਡਿਸਕਸ਼ਨ ਮੈਥਡ। ਜਿਹੜਾ ਡਿਸਕਸ਼ਨ ਮੈਥਡ ਹੈ ਇਹਦੇ ਕਿਹੜੇ ਗੁਣ ਨੇ, ਕਿਹੜੇ ਲਾਭ ਨੇ। ਸਭ ਤੋਂ ਪਹਿਲਾਂ ਹੈ ਸਾਈਕੋਲੋਜੀਕਲ ਮੈਥਡ। ਇਹ ਜਿਹੜੀ ਵਿਧੀ ਹੈ ਇਹ ਸਾਈਕੋਲੋਜੀ ਦੇ ਅਕੋਰਡਿੰਗ ਬਿਲਕੁਲ ਸਹੀ ਹੈ, ਮਨੋਵਿਗਿਆਨਿਕ ਵਿਧੀ ਹੈ, ਕਿਉਂਕਿ ਇਹਦੇ ਵਿੱਚ ਇਹ ਹੁੰਦਾ ਵੀ ਜਿਹੜੇ ਵਿਦਿਆਰਥੀ ਨੇ ਉਹ ਜਦੋਂ ਖੁਦ ਮਟੀਰੀਅਲ ਇਕੱਠਾ ਕਰਨਗੇ, ਦੇਖਣਗੇ, ਉਹਨੂੰ ਓਬਜ਼ਰਵ ਕਰਨਗੇ ਵੀ ਕਿੱਥੋਂ ਸਾਨੂੰ ਕੀ ਚੀਜ਼ ਮਿਲ ਰਹੀ ਹੈ, ਤਾਂ ਉਹਦੇ ਅਕੋਰਡਿੰਗ ਬੱਚੇ ਆਪਣੇ ਆਪ ਵਧੀਆ ਸਿੱਖਣਗੇ। ਨੈਕਸਟ ਹੈ ਡਿਵੈਲਪਮੈਂਟ ਆਫ ਇੰਟੈਲੈਕਚੁਅਲ ਆਸਪੈਕਟਸ, ਬੌਧਿਕ ਪੱਖਾਂ ਦਾ ਵਿਕਾਸ। ਹੁਣ ਡਿਸਕਸ਼ਨ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਜਿਹੜੀ ਕ੍ਰਿਟੀਕਲ ਥਿੰਕਿੰਗ ਹੈ, ਡਿਸੀਜ਼ਨ ਮੇਕਿੰਗ ਹੈ, ਲੌਜੀਕਲ ਪਾਵਰ ਹੈ, ਉਹਨਾਂ ਦੀ ਮੈਮਰੀ ਹੈ, ਠੀਕ ਹੈ ਜੀ, ਆਪਣੇ ਆਪ ਨੂੰ ਕਿਸ ਤਰੀਕੇ ਨਾਲ ਐਕਸਪ੍ਰੈਸ ਕਰਨਾ, ਇਹ ਸਾਰੇ ਹੀ ਜਿਹੜੇ ਉਹਨਾਂ ਦੇ ਇੰਟੈਲੈਕਚੁਅਲ ਆਸਪੈਕਟਸ ਨੇ ਉਹਨਾਂ ਦਾ ਵਿਕਾਸ ਹੁੰਦਾ ਹੈ। ਨੈਕਸਟ ਇਹ ਡੈਮੋਕ੍ਰੇਟਿਕ ਹੈ, ਲੋਕਤੰਤਰੀ ਹੈ, ਕਿਉਂਕਿ ਡਿਸਕਸ਼ਨ ਮੈਥਡ ਦੇ ਵਿੱਚ ਜਿਹੜਾ ਵਿਦਿਆਰਥੀ ਉਹ ਆਪਣੇ ਵਿਚਾਰਾਂ ਨੂੰ ਆਜ਼ਾਦੀ ਦੇ ਨਾਲ ਪ੍ਰਗਟਾ ਸਕਦਾ ਹੈ, ਅਤੇ ਨਾਲ ਜਿਹੜੇ ਉਹਨੂੰ ਜ਼ਿੰਮੇਵਾਰੀ ਦਿੱਤੀਆਂ ਜਾਂਦੀਆਂ ਨੇ ਅਤੇ ਆਪਣੇ ਕਰਤੱਵ ਨੇ ਉਹਨਾਂ ਨੂੰ ਵੀ ਪੂਰਾ ਕਰਦਾ ਹੈ, ਅਤੇ ਜਿਹੜੇ ਕਿ ਇੱਕ ਵਿਧੀ ਦੇ ਵਿੱਚ ਗੁਣ ਹੋਣੇ ਜ਼ਰੂਰੀ ਵੀ ਨੇ ਡੈਮੋਕ੍ਰੇਟਿਕ ਵਰਗੇ। ਨੈਕਸਟ ਹੈ ਅੰਡਰਸਟੈਂਡਿੰਗ ਦਾ ਟੌਪਿਕ, ਉਪ ਵਿਸ਼ੇ ਦੀ ਸਮਝ। ਡਿਸਕਸ਼ਨ ਦੇ ਦੁਆਰਾ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਟੌਪਿਕ ਦੇ ਹਰੇਕ ਪਹਿਲੂ ਨੂੰ ਜਿਹੜੀ ਜਾਣਕਾਰੀ ਉਹ ਪ੍ਰਾਪਤ ਹੁੰਦੀ ਹੈ, ਕਿਉਂਕਿ ਇੱਕ ਆਸਪੈਕਟ ਦੀ ਇਹਦੇ ਵਿੱਚ ਪੜਤਾਲ ਹੁੰਦੀ ਹੈ, ਅਤੇ ਜਿਹੜਾ ਕੋਈ ਵੀ ਉਹਨਾਂ ਨੂੰ ਡਾਊਟ ਹੁੰਦਾ ਉਹਨਾਂ ਰਿਲੇਟਡ ਜਿਹੜਾ ਕੁਐਸਚਨ ਹੈ ਉਹ ਵਿਦਿਆਰਥੀ ਪੁੱਛਦੇ ਨੇ। ਨੈਕਸਟ ਹੈ ਬੈਟਰ ਸੋਲਿਊਸ਼ਨ ਆਫ ਪ੍ਰੋਬਲਮ। ਡਿਸਕਸ਼ਨ ਮੈਥਡ ਦੇ ਨਾਲ
ਜਿਹੜੀ ਪ੍ਰੋਬਲਮ ਹੈ ਉਹਦਾ ਜਿਹੜਾ ਸਮਾਧਾਨ ਹੈ ਜਾਂ ਉਹਦਾ ਜਿਹੜਾ ਸੋਲਿਊਸ਼ਨ ਹੈ ਵਧੀਆ ਤਰੀਕੇ ਨਾਲ ਲੱਭਿਆ ਜਾਂਦਾ ਹੈ, ਕਿਉਂਕਿ ਇੱਕ ਵਿਅਕਤੀ ਨਾਲੋਂ ਜਿਹੜਾ ਸਮੂਹ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਲੌਜੀਕਲੀ ਅਤੇ ਜਿਹੜਾ ਸਾਇੰਟੀਫਿਕਲੀ ਜਿਹੜਾ ਸੋਲਿਊਸ਼ਨ ਹੁੰਦਾ ਉਹ ਲੱਭ ਸਕਦਾ ਹੈ। ਕਿਉਂਕਿ ਜਿਹੜਾ ਸਮੂਹ ਹੈ ਉਹ ਸਮੱਸਿਆ ਦੇ ਹਰੇਕ ਪਹਿਲੂ ਤੋਂ ਮੀਨਜ਼ ਹਰੇਕ ਆਸਪੈਕਟ ਤੋਂ ਉਹਦੀ ਜਿਹੜੀ ਆਲੋਚਨਾ ਕਰਦਾ ਹੈ ਅਤੇ ਉਹਦਾ ਜਿਹੜਾ ਵਿਸ਼ਲੇਸ਼ਣ ਹੈ ਉਹ ਕਰਦਾ ਹੈ। ਨੈਕਸਟ ਹੈ ਅਪਰਚੁਨਿਟੀਜ਼ ਆਫ ਐਕਸਪ੍ਰੈਸ਼ਨ, ਵਿਚਾਰ ਪ੍ਰਗਟ ਕਰਨ ਦੇ ਮੌਕੇ। ਡਿਸਕਸ਼ਨ ਦੇ ਵਿੱਚ ਹਰੇਕ ਜਿਹੜਾ ਪਾਰਟਿਸਪੈਂਟ ਹੁੰਦਾ ਉਹਨੂੰ ਆਪਣੇ ਆਪਣੇ ਜਿਹੜੇ ਐਕਸਪੀਰੀਅੰਸ ਨੇ ਉਹਦੇ ਅਕੋਰਡਿੰਗ ਆਪਣੇ ਜਿਹੜੇ ਵਿਚਾਰ ਪੇਸ਼ ਕਰਨ ਦਾ ਮੌਕਾ ਵੀ ਮਿਲਦਾ ਹੈ। ਅਤੇ ਜਿਹੜਾ ਕੋਈ ਵਿਦਿਆਰਥੀ ਘੱਟ ਬੋਲਣ ਵਾਲਾ ਹੁੰਦਾ ਉਹਨੂੰ ਜਿਹੜਾ ਅਧਿਆਪਕ ਹੈ ਉਹਨੂੰ ਇਹ ਕਹਿੰਦਾ ਕਿ ਤੁਸੀਂ ਜਿੰਨਾ ਕੁ ਵੀ ਬੋਲੋਗੇ ਤੁਸੀਂ ਜ਼ਰੂਰ ਬੋਲੋ, ਮੀਨਜ਼ ਜਿਹੜੀ ਅਪਰਚੁਨਿਟੀ ਇਹਦੇ ਵਿੱਚ ਸਾਰਿਆਂ ਨੂੰ ਮਿਲਦੀ ਹੈ। ਹੈਲਪਫੁਲ ਇਨ ਅਚੀਵਿੰਗ ਇਮੋਸ਼ਨਲ ਐਂਡ ਕੋਗਨੀਟਿਵ ਓਬਜੈਕਟਿਵਸ, ਭਾਵਨਾਤਮਕ ਅਤੇ ਬੌਧਿਕ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਸਹਾਇਕ। ਹੁਣ ਜਿਹੜਾ ਡਿਸਕਸ਼ਨ ਮੈਥਡ ਆ ਵਿਦਿਆਰਥੀਆਂ ਦੀਆਂ ਰੁਚੀਆਂ, ਸੁਭਾਅ ਅਤੇ ਜਿਹੜੀ ਐਡਜਸਟਮੈਂਟ ਹੈ ਉਹਨਾਂ ਦੀ ਟੋਲਰੈਂਸ ਪਾਵਰ ਹੈ ਅਤੇ ਉਹਨਾਂ ਦੇ ਵਿਚਾਰਾਂ ਨੂੰ ਮਾਨਤਾ ਦੇਣ ਦੇ ਨਾਲ ਨਾਲ ਜਿਹੜਾ ਉਹਨਾਂ ਦਾ ਭਾਵਨਾਤਮਕ ਵਿਕਾਸ ਹੈ ਉਹ ਕਰਨ ਦੇ ਵਿੱਚ ਵੀ ਜਿਹੜੀ ਸਹਾਇਤਾ ਉਹ ਕਰਦੀ ਹੈ, ਅਤੇ ਨਾਲ ਨਾਲ ਜਿਹੜਾ ਉਹਨਾਂ ਦਾ ਕੋਗਨੀਟਿਵ ਡਿਵੈਲਪਮੈਂਟ ਉਹ ਵੀ ਹੁੰਦੀ ਹੈ, ਮੀਨਜ਼ ਉਹਨਾਂ ਦਾ ਜਿਹੜਾ ਬੌਧਿਕ ਵਿਕਾਸ ਹੈ ਉਹ ਵੀ ਇਹਦੇ ਨਾਲ ਹੁੰਦਾ ਹੈ। ਸਟਿਮੂਲੇਟ ਰਿਫਲੈਕਟਿਵ ਥਿੰਕਿੰਗ, ਡੂੰਘੀ ਸੋਚ ਨੂੰ ਉਤੇਜਨਾ। ਜਦੋਂ ਕਿਸੇ ਵੀ ਵਿਸ਼ੇ ਦੇ ਉੱਪਰ ਜਿਹੜਾ ਪ੍ਰਸ਼ਨ ਉੱਤਰ ਜਾਂ ਜਿਹੜੀ ਉਹਦੀ ਕ੍ਰਿਟੀਸਿਜ਼ਮ ਹੁੰਦੀ ਹੈ ਤਾਂ ਉਹਨਾਂ ਜਿਹੜੇ ਵਿਦਿਆਰਥੀ ਨੇ ਉਹਦੇ ਉਸ ਆਸਪੈਕਟ ਨੂੰ, ਉਹਦੇ ਉਸ ਪੱਖ ਨੂੰ ਬਹੁਤ ਡੂੰਘੀ ਤਰ੍ਹਾਂ ਨਾਲ ਸੋਚਦੇ ਨੇ ਤਾਂ ਜੋ ਆਪਣੇ ਪੱਖ ਨੂੰ ਸਹੀ ਤਰੀਕੇ ਨਾਲ ਦਰਸਾ ਸਕਣ। ਨੈਕਸਟ ਹੈ ਆਈਡੈਂਟੀਫਿਕੇਸ਼ਨ ਆਫ ਪੋਟੈਂਸ਼ੀਅਲਿਟੀਜ਼ ਆਫ ਸਟੂਡੈਂਟਸ, ਵਿਦਿਆਰਥੀਆਂ ਦੀਆਂ ਯੋਗਤਾਵਾਂ ਦੀ ਪਛਾਣ। ਡਿਸਕਸ਼ਨ ਮੈਥਡ ਦੇ ਰਾਹੀਂ ਜਿਹੜਾ ਅਧਿਆਪਕ ਹੈ ਬੱਚਿਆਂ ਨੂੰ ਓਬਜ਼ਰਵ ਕਰਦਾ ਹੈ ਅਤੇ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਤੋਂ ਵਿਦਿਆਰਥੀਆਂ ਦੇ ਜਿਹੜੇ ਇਨੇਟ ਉਹਨਾਂ ਦੀਆਂ ਕੁਆਲਿਟੀਜ਼ ਨੇ ਉਹਨਾਂ ਬਾਰੇ ਜਿਹੜਾ ਅਧਿਆਪਕ ਉਹ ਸਹੀ ਤਰੀਕੇ ਨਾਲ ਜਾਣ ਸਕਦਾ ਹੈ। ਡਿਵੈਲਪਮੈਂਟ ਆਫ ਐਬਿਲਿਟੀਜ਼ ਆਫ ਐਗਜ਼ਾਮਾਈਨ ਫੈਕਟਸ, ਤੱਥਾਂ ਦਾ ਪਰੀਖਣ ਕਰਨ ਦੀਆਂ ਯੋਗਤਾਵਾਂ ਦਾ ਵਿਕਾਸ। ਇੱਕ ਤੱਥ 'ਤੇ ਜਦੋਂ ਜਿਹੜੇ ਵਿਦਿਆਰਥੀ ਨੇ ਆਪਣੇ ਦ੍ਰਿਸ਼ਟੀਕੋਣ ਮੀਨਜ਼ ਆਪਣੀ ਥਿੰਕਿੰਗ ਦੇ ਅਕੋਰਡਿੰਗ ਅਤੇ ਦੂਸਰੇ ਵਿਦਿਆਰਥੀਆਂ ਕੋਲੋਂ ਦੇਖਦੇ ਸੁਣਦੇ ਨੇ ਤਾਂ ਉਹਨਾਂ ਦੀ ਜਿਹੜੀ ਪਰੀਖਣ ਯੋਗਤਾ ਹੈ ਮੀਨਜ਼ ਉਹਨਾਂ ਦੀ ਜਿਹੜੀ ਐਗਜ਼ਾਮਾਈਨ ਕਰਨ ਦੀ ਐਬਿਲਿਟੀ ਹੈ ਉਹਦੇ ਵਿੱਚ ਵੀ ਵਾਧਾ ਹੁੰਦਾ ਹੈ, ਉਹ ਵੀ ਵਿਕਸਿਤ ਹੁੰਦੀ ਹੈ। ਪ੍ਰੋਬੈਬਿਲਿਟੀ ਆਫ ਨਿਊ ਸੋਲਿਊਸ਼ਨ ਆਫ ਪ੍ਰੋਬਲਮ, ਸਮੱਸਿਆ ਦਾ ਨਵਾਂ ਹੱਲ ਲੱਭਣ ਦੀ ਸੰਭਾਵਨਾ। ਡਿਸਕਸ਼ਨ ਮੈਥਡ ਦੇ ਵਿੱਚ ਇਹ ਸੰਭਾਵਨਾ ਹੁੰਦੀ ਹੈ ਕਿ ਪੁਰਾਣੇ ਹੱਲ ਤੋਂ ਬਿਨਾਂ ਕੋਈ ਜਿਹੜਾ ਨਵਾਂ ਜਿਹੜਾ ਸੋਲਿਊਸ਼ਨ ਹੈ ਉਹਦੇ ਤੱਕ ਪਹੁੰਚਿਆ ਜਾ ਸਕਦਾ ਹੈ, ਕਿਉਂਕਿ ਇਹਦੇ ਵਿੱਚ ਜਿਹੜੀ ਕ੍ਰੀਏਟੀਵਿਟੀ ਹੈ ਉਹ ਇੱਕ ਮਹੱਤਵਪੂਰਨ ਪਹਿਲੂ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ। ਨੈਕਸਟ ਹੈ ਲਿੰਗੁਇਸਟਿਕ ਡਿਵੈਲਪਮੈਂਟ, ਭਾਸ਼ਾ ਸੰਬੰਧੀ ਵਿਕਾਸ ਵੀ ਹੁੰਦਾ ਹੈ ਬੱਚਿਆਂ ਦਾ, ਕਿਉਂਕਿ ਇਹਦੇ ਵਿੱਚ ਭਾਸ਼ਾ ਦੇ ਜਿਹੜੀਆਂ 4 ਸਕਿੱਲਸ ਨੇ ਬੋਲਣਾ, ਸੁਣਨਾ, ਪੜ੍ਹਨਾ ਅਤੇ ਲਿਖਣਾ, ਇਹਨਾਂ ਦੇ ਡਿਵੈਲਪਮੈਂਟ ਦੇ ਲਈ ਇਹ ਵਿਧੀ ਸਹੀ ਮੌਕੇ ਦਿੰਦੀ ਹੈ ਵਿਦਿਆਰਥੀਆਂ ਨੂੰ, ਕਿਉਂਕਿ ਬੱਚੇ ਬੋਲਦੇ ਵੀ ਨੇ, ਸੁਣਦੇ ਵੀ ਨੇ ਅਤੇ ਪੜ੍ਹਦੇ ਵੀ ਨੇ ਅਤੇ ਨਾਲ ਨਾਲ ਜਿਹੜੇ ਇੰਪੋਰਟੈਂਟ ਪੁਆਇੰਟਸ ਨੇ ਉਹਨਾਂ ਨੂੰ ਨੋਟ ਡਾਊਨ ਵੀ ਕਰਦੇ ਨੇ। ਨੈਕਸਟ ਹੈ ਸੋਸ਼ਲ ਵੈਲਿਊਜ਼, ਸਮਾਜਿਕ ਮੁੱਲ। ਹੁਣ ਇਹ ਜਿਹੜੀ ਵਿਧੀ ਹੈ ਵਿਦਿਆਰਥੀਆਂ ਦੇ ਵਿੱਚ ਜਿਵੇਂ ਕਿ ਇੱਕ ਦੂਸਰੇ ਦੀ ਮਦਦ ਕਰਨਾ, ਮਿਹਨਤ ਕਰਨਾ, ਇੱਕ ਦੂਸਰੇ ਨੂੰ ਟੋਲਰੇਟ ਕਰਨਾ, ਜੇਕਰ ਕੋਈ ਗੱਲਬਾਤ ਬੱਚਾ ਕਹਿ ਵੀ ਦਿੰਦਾ ਉਹਨੂੰ ਬਰਦਾਸ਼ਤ ਕਰਨਾ, ਪ੍ਰਸ਼ਨ ਕਰਨਾ, ਉਹਦੇ ਉੱਤਰ ਦੇਣਾ, ਜਿਹੜਾ ਕੋਈ ਵਿਰੋਧੀ ਉਹਦੇ ਵਿਚਾਰਾਂ ਨੂੰ ਸੁਣਨਾ, ਐਪਰੀਸ਼ੀਏਟ ਕਰਨਾ, ਇਹ ਸਾਰੀਆਂ ਜਿਹੜੀਆਂ ਸੋਸ਼ਲ ਵੈਲਿਊਜ਼ ਨੇ ਇਸ ਵਿਧੀ ਦੇ ਰਾਹੀਂ ਵਿਦਿਆਰਥੀਆਂ ਦੇ ਵਿੱਚ ਉਹ ਵੀ ਪੈਦਾ ਹੁੰਦੀਆਂ ਨੇ। ਨੈਕਸਟ ਹੈ ਯੂਟੀਲਾਈਜੇਸ਼ਨ ਆਫ ਡਿਫਰੈਂਟ ਐਕਸਪੀਰੀਅੰਸਿਸ ਐਂਡ ਥਾਟਸ, ਵਿਭਿੰਨ ਅਨੁਭਵਾਂ ਅਤੇ ਵਿਚਾਰਾਂ ਦਾ ਉਪਯੋਗ। ਡਿਸਕਸ਼ਨ ਮੈਥਡ ਤੋਂ ਬਿਨਾਂ ਜਿਹੜੇ ਵੱਖ-ਵੱਖ ਤਰ੍ਹਾਂ ਦੇ ਐਕਸਪੀਰੀਅੰਸ ਹੁੰਦੇ ਨੇ ਅਤੇ ਵਿਚਾਰ ਨੇ ਉਹਨਾਂ ਦਾ ਪ੍ਰਯੋਗ ਬਹੁਤ ਘੱਟ ਸੰਭਵ ਹੈ। ਕਈ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕੋਈ ਐਕਸਪੀਰੀਅੰਸ ਹੋ ਸਕਦਾ, ਬਹੁਤ ਜ਼ਿਆਦਾ ਯੂਨੀਕ ਹੋ ਸਕਦੇ ਨੇ ਬਾਕੀ ਬੱਚਿਆਂ ਨਾਲੋਂ, ਕਿਉਂਕਿ ਜਦੋਂ ਉਹ ਵਿਦਿਆਰਥੀ ਡਿਸਕਸ਼ਨ ਕਰਨਗੇ ਤਾਂ ਉਹ ਆਪਣੇ ਜਿਹੜੇ ਉਹਨਾਂ ਕੋਲ ਵੈਲਿਊਏਬਲ ਥਾਟਸ ਹੋਣਗੇ, ਉਹਨਾਂ ਦੇ ਐਕਸਪੀਰੀਅੰਸ ਹੋਣਗੇ ਤਾਂ ਉਹਦੇ ਨਾਲ ਉਹ ਸ਼ੇਅਰ ਕਰਨਗੇ ਵਿਦਿਆਰਥੀਆਂ ਦੇ ਨਾਲ, ਜਿਸ ਨਾਲ ਦੂਸਰੇ ਵਿਦਿਆਰਥੀਆਂ ਨੂੰ ਵੀ ਫਾਇਦਾ ਮਿਲੇਗਾ। ਮੋਰ ਸਿਊਟੇਬਲ ਫॉर ਹਾਇਰ ਲਰਨਿੰਗ ਜਾਂ ਹਾਇਰ ਐਜੂਕੇਸ਼ਨ, ਜਿਹੜੀ ਉੱਚ ਸਿੱਖਿਆ ਉਹਦੇ ਲਈ ਵਧੇਰੇ ਉਪਯੋਗੀ ਹੈ, ਕਿਉਂਕਿ ਇਹਦੇ ਵਿੱਚ ਜਿਹੜੀ ਮੈਂਟਲ ਯੋਗਤਾਵਾਂ ਹੁੰਦੀਆਂ ਨੇਗੀਆਂ, ਮੈਂਟਲ ਐਬਿਲਿਟੀਜ਼ ਹੁੰਦੀਆਂ ਨੇ, ਉਹਦੀ ਡਿਮਾਂਡ ਕਰਦੀ ਹੈ ਵਿਦਿਆਰਥੀ। ਹੁਣ ਇਹ ਜਿਹੜੀ ਯੋਗਤਾ ਹੈ ਵੱਡੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਵਿੱਚ ਵਧੇਰੇ ਹੁੰਦੀ ਹੈ, ਇਸ ਕਰਕੇ ਇਹ ਉਹਨਾਂ ਦੇ ਲਈ ਜ਼ਿਆਦਾ ਵਧੀਆ, ਉਹ ਡਿਸਕਸ਼ਨ ਦੀ ਫਾਰਮ ਦੇ ਵਿੱਚ ਜ਼ਿਆਦਾ ਤਰੀਕੇ ਨਾਲ ਵਧੀਆ ਪੜ੍ਹ ਸਕਦੇ ਨੇ। ਨੈਕਸਟ ਹੈ ਫੀਡਬੈਕ, ਪ੍ਰਤੀਪੁਸ਼ਟੀ। ਇਹਦੇ ਵਿੱਚ ਜਿਹੜਾ ਅਧਿਆਪਕ ਹੈ ਉਹ ਨਾਲ ਦੀ ਨਾਲ ਇਵੈਲੂਏਟ ਵੀ ਕਰਦਾ ਹੈ ਡਿਸਕਸ਼ਨ ਮੈਥਡ ਦੇ ਰਾਹੀਂ, ਜਦੋਂ ਬੱਚੇ ਕੁਝ ਵੀ ਡਿਸਕਸ ਕਰ ਰਹੇ ਹੁੰਦੇ ਨੇ ਅਤੇ ਉਹ ਵਿਦਿਆਰਥੀਆਂ ਨੂੰ ਅਤੇ ਅਧਿਆਪਕ ਨੂੰ ਦੋਵਾਂ ਨੂੰ ਹੀ ਆਪਣੀ ਜਿਹੜੀਆਂ ਕਮੀਆਂ ਨੇ ਅਤੇ ਜਿਹੜੇ ਗੁਣ ਨੇ ਉਹਨਾਂ ਬਾਰੇ ਪਤਾ ਲੱਗ ਜਾਂਦਾ ਹੈ, ਅਤੇ ਨਾਲ ਨਾਲ ਜਿਹੜਾ ਅਧਿਆਪਕ ਆ ਉਹ ਵਿਦਿਆਰਥੀਆਂ ਨੂੰ ਉਹਨਾਂ ਨੂੰ ਜਿਹੜੀ ਫੀਡਬੈਕ ਹੈ ਉਹ ਵੀ ਦਿੰਦਾ ਰਹਿੰਦਾ ਹੈ। ਇਹ ਨਾਲ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਅਤੇ ਆਪਣੇ ਆਪ ਨੂੰ ਇੰਪਰੂਵਮੈਂਟ ਕਰਨ ਦਾ ਮੌਕਾ ਵੀ ਮਿਲਦਾ ਆ।
ਡਿਸਕਰੇਜ ਕ੍ਰੈਮਿੰਗ, ਇਹ ਰਟਨ ਦੀ ਆਦਤ ਨੂੰ ਵੀ ਘਟਾਉਂਦੀ ਹੈ, ਕਿਉਂਕਿ ਉਪ ਵਿਸ਼ੇ ਦਾ ਜਿਹੜਾ ਹਰੇਕ ਪਹਿਲੂ ਹਰੇਕ ਆਸਪੈਕਟ ਹੈ ਉਹਦੇ 'ਤੇ ਸੋਚ ਵਿਚਾਰ ਕੀਤੀ ਜਾਂਦੀ ਹੈ, ਸਮੀਖਿਆ ਕੀਤੀ ਜਾਂਦੀ ਹੈ, ਉਹਦੀ ਪੜਤਾਲ ਕੀਤੀ ਜਾਂਦੀ ਹੈ। ਇਸ ਕਰਕੇ ਜਿਹੜਾ ਕੁਛ ਵੀ ਬੱਚਿਆਂ ਨੂੰ ਰੱਟਾ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। ਰਿਲੇਟਡ ਟੂ ਲਾਈਫ, ਜੀਵਨ ਦੇ ਨਾਲ ਸੰਬੰਧਿਤ। ਡਿਸਕਸ਼ਨ ਦੇ ਵਿੱਚੋਂ ਜਿਹੜਾ ਗਿਆਨ ਬੱਚਾ ਹਾਸਲ ਕਰੇਗਾ ਉਹ ਵਿਦਿਆਰਥੀ ਦੇ ਅਧਿਆਪਕ ਦੋਵਾਂ ਦੇ ਜੀਵਨ ਦੇ ਵਿੱਚ ਹੀ ਲਾਗੂ ਹੁੰਦਾ ਹੈ। ਇਸ ਕਰਕੇ ਉਹਨਾਂ ਵਿੱਚ ਜਿਹੜੀਆਂ ਸਮੱਸਿਆਵਾਂ ਦਾ ਐਨਾਲਿਸਿਸ ਕਰਨ ਅਤੇ ਉਸ ਤੋਂ ਬਾਅਦ ਡਿਸੀਜ਼ਨ ਮੇਕਿੰਗ ਦੀ ਜਿਹੜੀ ਐਬਿਲਿਟੀ ਹੈ ਉਹ ਵੀ ਉਹਨਾਂ ਦੇ ਵਿੱਚ ਡਿਵੈਲਪਮੈਂਟ ਉਹਦੀ ਹੋਏਗੀ, ਅਤੇ ਜੋ ਕਿ ਵਿਦਿਆਰਥੀਆਂ ਦੇ ਵਿੱਚ ਜਿਹੜੀ ਰੋਜ਼ਾਨਾ ਜੀਵਨ ਦੇ ਵਿੱਚ ਵੀ ਅੱਗੋਂ ਉਹਨਾਂ ਦੇ ਲਈ ਫਾਇਦੇਮੰਦ ਹੋਏਗੀ। ਨੈਕਸਟ ਹੈ ਐਕਟੀਵਿਟੀ ਸੈਂਟਰਡ, ਕਿਰਿਆਸ਼ੀਲਤਾ ਕੇਂਦਰਿਤ। ਜਿਹੜੇ ਵਿਦਿਆਰਥੀ ਨੇ ਉਹ ਡਿਸਕਸ਼ਨ ਤੋਂ ਪਹਿਲਾਂ ਜਿਵੇਂ ਕਿ ਆਪਣੇ ਜਿਹੜੇ ਸੋਰਸਸ ਜਿੱਥੋਂ ਉਹਨਾਂ ਨੇ ਇਨਫੋਰਮੇਸ਼ਨ ਲੈਣੀ ਹੈ ਉਹਦੀ ਖੋਜ ਕਰਨਗੇ, ਫਿਰ ਉੱਥੇ ਤੱਕ ਪਹੁੰਚਣਗੇ, ਫਿਰ ਆਪਣੀ ਜਿਹੜੀ ਉਹਦੇ ਨਾਲ ਰਿਲੇਟਡ ਕੰਟੈਂਟ ਹੈ ਉਹ ਇਕੱਠਾ ਕਰਨਗੇ। ਮੀਨਸ ਜਿਹੜੇ ਵਿਦਿਆਰਥੀ ਨੇ ਉਹ ਕਿਰਿਆਸ਼ੀਲ ਰਹਿਣਗੇ, ਐਕਟਿਵ ਰਹਿਣਗੇ। ਅਤੇ ਦੂਸਰਾ ਜਦੋਂ ਡਿਸਕਸ਼ਨ ਹੋਏਗੀ ਉਹਦੇ ਵਿੱਚ ਬੱਚੇ ਆਪਣੇ ਸਵਾਲ ਕਰਦੇ ਆ, ਠੀਕ ਹੈ ਜੀ, ਜਵਾਬ ਦਿੰਦੇ ਆ, ਇਹਦੇ ਨਾਲ ਵੀ ਜਿਹੜੇ ਵਿਦਿਆਰਥੀ ਨੇ ਉਹ ਐਕਟਿਵ ਰਹਿੰਦੇ ਨੇ। ਇਸ ਕਰਕੇ ਜਿਹੜਾ ਮੈਥਡ ਹੈ, ਵਿਧੀ ਇਹ ਐਕਟੀਵਿਟੀ ਸੈਂਟਰਡ ਹੈ। ਨੈਕਸਟ ਹੈ ਐਂਡਿਊਰੇਬਲ ਲਰਨਿੰਗ, ਚਿਰਸਥਾਈ ਸਿੱਖਣਾ। ਕਿਤਾਬ ਤੋਂ ਪੜ੍ਹਨ ਨਾਲੋਂ ਜਿਵੇਂ ਕਿ ਪ੍ਰਸ਼ਨ ਉੱਤਰ ਦੇ ਨਾਲ ਰਿਲੇਟਡ ਬੱਚੇ ਵਿਸ਼ਲੇਸ਼ਣ ਕਰ ਰਹੇ ਨੇ, ਕੋਈ ਸੰਸਲੇਸ਼ਨ ਕਰ ਰਹੇ ਨੇ, ਕ੍ਰਿਟਿਸਿਜ਼ਮ ਕਰ ਰਹੇ ਨੇ, ਐਪਰੀਸ਼ੀਏਟ ਕਰ ਰਹੇ ਨੇ, ਅਤੇ ਉਪ ਵਿਸ਼ਾ ਜ਼ਿਆਦਾ ਦੇਰ ਤੱਕ ਵਿਦਿਆਰਥੀ ਨੂੰ ਯਾਦ ਰਹਿੰਦਾ ਜਦੋਂ ਅਸੀਂ ਡਿਸਕਸ਼ਨ ਮੈਥਡ ਦੇ ਨਾਲ ਪੜ੍ਹਾਉਂਦੇ ਹਾਂ। ਅਤੇ ਜਿਹੜਾ ਵਿਦਿਆਰਥੀ ਜਿੰਨਾ ਜ਼ਿਆਦਾ ਡਿਸਕਸ਼ਨ ਦੇ ਵਿੱਚ ਪਾਰਟੀਸਪੇਟ ਕਰੇਗਾ ਓਨਾ ਹੀ ਜਿਹੜੀ ਉਹਦੀ ਲਰਨਿੰਗ ਆ ਉਹ ਐਂਡਿਊਰੇਬਲ ਹੋਏਗੀ, ਮੀਨਸ ਉਹਨੂੰ ਜ਼ਿਆਦਾ ਦੇਰ ਤੱਕ ਯਾਦ ਰਹੇਗਾ। ਨੈਕਸਟ ਹੈ ਲਰਨਿੰਗ ਆਫ ਆਰਗਨਾਈਜੇਸ਼ਨ, ਸੰਗਠਨ ਦੀ ਸਿੱਖਿਆ। ਹੁਣ ਜਿਹੜੇ ਵਿਦਿਆਰਥੀ ਨੇ ਉਹ ਜਦ ਅਲੱਗ-ਅਲੱਗ ਸੋਮਿਆਂ ਤੋਂ ਆਪਣਾ ਕੰਟੈਂਟ ਇਕੱਠਾ ਕਰਨਗੇ ਅਤੇ ਉਹਨੂੰ ਕਿਸ ਤਰੀਕੇ ਨਾਲ ਪੇਸ਼ ਕਰਨਾ ਹੈ, ਮੀਨਸ ਉਹਨਾਂ ਲਈ ਸਾਇੰਟੀਫਿਕ ਵੇ ਸੋਚਣਗੇ ਕਿ ਕਿਹੜਾ ਜਿਹੜਾ ਸਟੈਪ ਹੈ ਉਹ ਕਿੱਥੇ ਆ ਰਿਹਾ, ਕਿਹੜੀ ਗੱਲ ਅਸੀਂ ਕਿੱਥੇ ਕਰਨੀ ਹੈ। ਤਾਂ ਇਹਨਾਂ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਜਿਹੜਾ ਆਰਗਨਾਈਜੇਸ਼ਨ ਕਰਨ ਦਾ ਢੰਗ ਹੈ, ਮਟੀਰੀਅਲ ਨੂੰ ਸੰਗਠਿਤ ਕਰਨ ਦਾ ਜਿਹੜਾ ਢੰਗ ਹੈ ਉਹ ਸਹੀ ਤਰੀਕੇ ਨਾਲ ਸਮਝ ਆ ਜਾਏਗਾ। ਨੈਕਸਟ ਹੈ ਸਲੋ ਲਰਨਰਸ ਗੈਟ ਰਿਸਪੈਕਟ, ਜਿਹੜੇ ਘੱਟ ਯੋਗਤਾ ਵਾਲੇ ਵਿਦਿਆਰਥੀ ਨੇ ਉਹ ਵੀ ਸਤਿਕਾਰ ਪ੍ਰਾਪਤ ਕਰਦੇ ਨੇ, ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈ ਵੀ ਜਿਹੜੇ ਵਿਦਿਆਰਥੀ ਵਧੀਆ ਹੁੰਦੇ ਨੇ ਉਹ ਤਾਂ ਆਪਣੇ ਵਿਚਾਰ ਰੱਖਦੇ ਨੇ ਅਤੇ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਡਰ ਨਹੀਂ ਹੁੰਦਾ। ਹੁਣ ਜਿਹੜੇ ਬੱਚੇ ਸੰਗਦੇ ਹੁੰਦੇ ਆ, ਜ਼ਿਆਦਾ ਸ਼ਾਈ ਹੁੰਦੇ ਨੇ, ਜਦੋਂ ਉਹ ਆਪਣਾ ਵਿਚਾਰ ਦੂਸਰਿਆਂ ਦੇ ਸਾਹਮਣੇ ਰੱਖਦੇ ਨੇ ਤਾਂ ਅਧਿਆਪਕ ਨੂੰ ਬੱਚੇ ਦੀਆਂ ਇਨੇਟ ਕੁਆਲਿਟੀਜ਼ ਦਾ ਵੀ ਪਤਾ ਲੱਗਦਾ ਹੈ, ਅਤੇ ਨਾਲ ਜਿਹੜੇ ਉਹ ਵਿਦਿਆਰਥੀ ਨੇ ਉਹਨਾਂ ਨੂੰ ਰਿਸਪੈਕਟ ਵੀ ਮਿਲਦੀ ਹੈ, ਕਿਉਂਕਿ ਅਧਿਆਪਕ ਉਹਨਾਂ ਨੂੰ ਮੋਟੀਵੇਟ ਕਰਦਾ ਕਿ ਸ਼ਾਬਾਸ਼ ਤੁਸੀਂ ਅੱਜ ਇੰਨਾ ਬੋਲਿਓ, ਨੈਕਸਟ ਟਾਈਮ ਤੋਂ ਤੁਸੀਂ ਜਿਹੜੀ ਆਪਣੀ ਹੋਰ ਪ੍ਰੈਪਰੇਸ਼ਨ ਆ ਉਹ ਕਰਨੀ ਹੈ। ਨੈਕਸਟ ਹੈ ਟੂ ਵੇ ਕਮਿਊਨੀਕੇਸ਼ਨ, ਦੋ ਤਰਫਾ ਜਿਹੜਾ ਵਿਚਾਰ ਸੰਚਾਰ ਹੈ, ਕਿਉਂਕਿ ਇੱਕ ਜਿਹੜੀ ਅਸੀਂ ਆਮ ਸ਼੍ਰੇਣੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਸਿਰਫ ਅਧਿਆਪਕ ਬੋਲਦਾ ਰਹਿੰਦਾ ਅਤੇ ਜਿਹੜੇ ਬੱਚੇ ਨੇ ਉਹ ਬੈਠ ਕੇ ਸੁਣਦੇ ਰਹਿੰਦੇ ਨੇ। ਬਟ ਇਸ ਮੈਥਡ ਦੇ ਅਕੋਰਡਿੰਗ ਜਿਹੜਾ ਟੂ ਵੇ ਕਮਿਊਨੀਕੇਸ਼ਨ ਹੁੰਦਾ ਹੈ, ਅਧਿਆਪਕ ਵੀ ਆਪਣਾ ਜਿਹੜਾ ਕੰਟਰੀਬਿਊਸ਼ਨ ਉਹ ਦੇ ਰਿਹਾ ਹੁੰਦਾ ਹੈ, ਅਤੇ ਜਿਹੜੇ ਵਿਦਿਆਰਥੀ ਨੇ ਉਹ ਵੀ ਆਪਣਾ ਜਿਹੜਾ ਕੰਟਰੀਬਿਊਸ਼ਨ ਉਹ ਦਿੰਦੇ ਨੇ। ਨੈਕਸਟ ਇਜ਼ ਇੰਟਰਸਟਿੰਗ, ਅਤੇ ਇਹ ਰੌਚਕ ਵੀ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਮੌਕੇ ਮਿਲਦੇ ਨੇ, ਉਹਨਾਂ ਦੀ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਸਲਿਊਸ਼ਨ ਹੈ ਲੱਭਿਆ ਜਾਂਦਾ ਹੈ, ਅਤੇ ਜਿਹੜੇ ਵਿਦਿਆਰਥੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਆਲਿਟੀ ਹੁੰਦੀ ਹੈ ਉਹਨਾਂ ਨੂੰ ਸ਼ੋਅ ਕਰਨ ਦਾ ਮੌਕਾ ਵੀ ਮਿਲਦਾ ਹੈ। ਅਤੇ ਨਾਲ ਇਹ ਜਿਹੜਾ ਮੈਥਡ ਜਿਵੇਂ ਕਿ ਅਸੀਂ ਲੈਕਚਰ ਮੈਥਡ ਜਾਂ ਹੋਰ ਮੈਥਡਸ ਦੀ ਗੱਲ ਕਰਦੇ ਹਾਂ ਉਹਨਾਂ ਦੇ ਕੰਪੈਰੀਟਿਵ ਇਹ ਇੰਟਰਸਟਿੰਗ ਵੀ ਹੈ। ਨੈਕਸਟ ਹੈ ਰਿਡਿਊਸਿਸ ਦਾ ਬਰਡਨ ਆਫ ਟੀਚਰ, ਅਧਿਆਪਕ ਦਾ ਬੋਝ ਵੀ ਘਟਾਉਂਦੀ ਹੈ, ਕਿਉਂਕਿ ਜਿਹੜਾ ਅਧਿਆਪਕ ਦਾ ਕੰਮ ਇਹਦੇ ਵਿੱਚ ਕੀ ਹੁੰਦਾ ਹੈ, ਨਿਰੀਖਣ ਕਰਨਾ ਅਤੇ ਕੰਟਰੋਲ ਕਰਨਾ, ਅਤੇ ਇਹਦੇ ਵਿੱਚ ਜਿਹੜਾ ਅਧਿਆਪਕ ਹੈ ਉਹਨੂੰ ਹੋਰ ਬਹੁਤੇ ਐਫਰਟਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਉਹ ਇੱਕ ਵਾਰ ਬੱਚਿਆਂ ਨੂੰ ਗਾਈਡਲਾਈਨਸ ਦਿੰਦਾ ਅਤੇ ਬੱਚੇ ਉਹਦੇ ਅਕੋਰਡਿੰਗ ਸਾਰਾ ਜਿਹੜਾ ਮਟੀਰੀਅਲ ਉਹ ਇਕੱਠਾ ਕਰਦੇ ਨੇ, ਅਤੇ ਉਹਦੇ ਅਕੋਰਡਿੰਗ ਜਿਹੜਾ ਡਿਸਕਸ਼ਨ ਆ ਉਹ ਚੱਲਦੀ ਰਹਿੰਦੀ ਹੈ। ਅਧਿਆਪਕ ਨੇ ਸਿਰਫ ਇਵੈਲੂਏਟ ਕਰਨਾ ਹੁੰਦਾ ਹੈ ਸਾਰਾ ਕੰਮ, ਅਤੇ ਉਸ ਤੋਂ ਬਾਅਦ ਜਿਹੜਾ ਸਹੀ ਕਨਕਲੂਜਨ ਹੈ ਉਹ ਕੱਢ ਕੇ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਹੈ। ਨੈਕਸਟ ਹੈ ਲਰਨ ਟੂ ਲਿਵ ਇਨ ਡਿਫਰੈਂਸਿਸ, ਵਿਰੋਧਾਂ ਦੇ ਵਿੱਚ ਜਿਉਣ ਦੀ ਸਿੱਖਿਆ। ਹੁਣ ਜਿਹੜੇ ਡਿਸਕਸ਼ਨ ਮੈਥਡ ਆ ਉਹ ਜਿਹੜੀਆਂ ਸੋਸ਼ਲ ਕਰੈਕਟਰਿਸਟਿਕਸ ਹੁੰਦੀਆਂ ਨੇ ਉਹਦਾ ਧਾਰਨੀ ਹੈ ਇਹ, ਅਤੇ ਸੁਸਾਇਟੀ ਦੇ ਵਿੱਚ ਵਿਰੋਧ ਮੀਨਸ ਐਂਟੀ ਅਤੇ ਐਡਜਸਟਮੈਂਟ, ਇਹ ਦੋਨੋਂ ਹੀ ਚੀਜ਼ਾਂ ਨਾਲ ਚੱਲਦੀਆਂ ਨੇ। ਅਤੇ ਡਿਸਕਸ਼ਨ ਦੇ ਦੌਰਾਨ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਜਿਹੜਾ ਡਿਸਕਸ਼ਨ ਦੇ ਨਾਲ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਐਡਜਸਟਮੈਂਟ ਦਾ ਜਿਹੜਾ ਗੁਣ ਹੈ ਉਹ ਵੀ ਪੈਦਾ ਹੁੰਦਾ ਹੈ, ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਡਿਫਰੈਂਸ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਨਾਲ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਹੁੰਦੀ ਹੈ। ਹੈਲਪਫੁਲ ਇਨ ਡਿਫਰੈਂਟ ਹਾਇਰ ਐਗਜ਼ਾਮੀਨੇਸ਼ਨਸ, ਵਿਭਿੰਨ ਉੱਚ ਪ੍ਰੀਖਿਆਵਾਂ ਦੇ ਲਈ ਵੀ ਸਹਾਇਕ। ਉੱਚੀ ਪ੍ਰੀਖਿਆ ਜਿਵੇਂ ਕਿ ਨੈਟ UGC ਹੋ ਗਿਆ, CDS PCS ਹੋ ਗਿਆ, ਕੋਈ ਸਿਵਲ ਸਰਵਿਸਿਜ਼ ਦੇ ਜਿਹੜੇ ਕੋਈ ਐਗਜ਼ਾਮ ਨੇ, ਤਾਂ ਜਿਹੜੇ ਵਿਦਿਆਰਥੀ ਨੇ ਇਹਨਾਂ ਦੀ ਤਿਆਰੀ ਕਰਨੀ ਹੁੰਦੀ ਉਹਦੇ ਵਿੱਚ ਜਿਹੜਾ ਡਿਸਕਸ਼ਨ ਮੈਥਡ ਹੈ ਉਹਨਾਂ ਦੇ ਲਈ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਹੈ। ਐਕਸਪੀਰੀਅੰਸ ਆਫ ਸਕਸੈਸ, ਸਫਲਤਾ ਦਾ ਅਨੁਭਵ। ਡਿਸਕਸ਼ਨ ਮੈਥਡ ਦੇ ਨਾਲ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਛੋਟੀਆਂ ਜਿਹੜੀਆਂ ਸਫਲਤਾਵਾਂ ਨੇ ਉਹਨਾਂ ਦਾ ਐਕਸਪੀਰੀਅੰਸ ਮਿਲਦਾ ਹੈ। ਕਿਸੇ ਵਿਦਿਆਰਥੀ ਦਾ ਸਵਾਲ, ਕਿਸੇ ਦਾ ਜਵਾਬ ਅਤੇ ਕਿਸੇ ਨੂੰ ਬੋਲਣ ਦਾ ਤਰੀਕਾ
ਕਿਸੇ ਨੇ ਆਪਣਾ ਜਿਹੜਾ ਟੌਪਿਕ ਆ ਉਹਨੂੰ ਕਿਸ ਤਰੀਕੇ ਨਾਲ ਔਰਗਨਾਈਜ਼ ਕੀਤਾ, ਕਿਸੇ ਦੀ ਸੁਣਨ ਦੀ ਸ਼ਕਤੀ, ਕਿਸੇ ਨੇ ਕੋਈ ਉਦਾਹਰਨਾਂ ਦਿੱਤੀਆਂ, ਅਤੇ ਇਹਨਾਂ ਸਾਰਿਆਂ ਦੇ ਅਕੋਰਡਿੰਗ ਜਿਹੜਾ ਵਿਦਿਆਰਥੀ ਉਹਨੂੰ ਐਪਰੀਸ਼ੀਏਸ਼ਨ ਮਿਲਦੀ ਹੈ ਅਤੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਆਪਣੀ ਛੋਟੀ ਜਿਹੀ ਸਫਲਤਾ ਉਹਦੇ ਉੱਪਰ ਜਿਹੜਾ ਮਾਣ ਹੈ ਉਹ ਮਹਿਸੂਸ ਹੁੰਦਾ ਹੈ। ਨੈਕਸਟ ਹੁਣ ਅਸੀਂ ਗੱਲ ਕਰਾਂਗੇ ਇਹਦੀਆਂ ਲਿਮਿਟੇਸ਼ਨਸ। ਹੁਣ ਅਸੀਂ ਪਹਿਲਾਂ ਮੈਰਿਟਸ ਕੀਤੀਆਂ ਸੀ, ਹੁਣ ਇਹਦੀਆਂ ਡੀਮੈਰਿਟਸ ਜਾਂ ਲਿਮਿਟੇਸ਼ਨਸ। ਫਸਟ ਹੈ ਟਾਈਮ ਐਂਡ ਐਨਰਜੀ ਕੰਜ਼ਿਊਮਿੰਗ, ਸਮਾਂ ਅਤੇ ਊਰਜਾ ਦੀ ਖਪਤ। ਡਿਸਕਸ਼ਨ ਦੇ ਲਈ ਜਿਹੜੀ ਤਿਆਰੀ ਹੈ ਉੱਥੇ ਵਿਦਿਆਰਥੀਆਂ ਨੂੰ ਅਲੱਗ-ਅਲੱਗ ਸਮਿਆਂ ਤੋਂ ਆਪਣਾ ਮਟੀਰੀਅਲ ਇਕੱਠਾ ਕਰਨ ਦੇ ਲਈ, ਉਹਨਾਂ ਨੂੰ ਪੜ੍ਹਨ ਦੇ ਲਈ, ਫਿਰ ਔਰਗਨਾਈਜ਼ ਕਰਨ ਦੇ ਲਈ ਬਹੁਤਾ ਜਿਹੜਾ ਟਾਈਮ ਹੈ ਅਤੇ ਐਨਰਜੀ ਉਹ ਚਾਹੀਦੀ ਹੁੰਦੀ ਹੈ। ਅਤੇ ਦੂਸਰੀ ਗੱਲ ਇਹ ਵੀ ਜੇ ਡਿਸਕਸ਼ਨ ਕਰਨ ਦੇ ਲਈ ਵੀ ਜਿਹੜਾ ਬਹੁਤਾ ਟਾਈਮ ਹੈ ਇੱਕ ਪੀਰੀਅਡ ਤੋਂ ਬਿਨਾਂ ਉਹਨਾਂ ਨੂੰ ਐਕਸਟਰਾ ਨਹੀਂ ਮਿਲਦਾ। ਨੈਕਸਟ ਹੈ ਨਾਟ ਐਪਲੀਕੇਬਲ ਔਨ ਪ੍ਰਾਇਮਰੀ ਕਲਾਸਿਸ, ਜਿਹੜੀਆਂ ਮੁੱਢਲੀਆਂ ਸ਼੍ਰੇਣੀਆਂ ਨੇ ਉਹਨਾਂ ਦੇ ਉੱਪਰ ਇਹ ਵਿਧੀ ਲਾਗੂ ਨਹੀਂ ਹੁੰਦੀ, ਕਿਉਂਕਿ ਜਿਹੜੇ ਛੋਟੇ ਬੱਚੇ ਨੇ ਨਾ ਹੀ ਉਹ ਮਟੀਰੀਅਲ ਇਕੱਠਾ ਕਰ ਸਕਦੇ ਨੇ ਕਿੱਥੋਂ ਅਸੀਂ ਲੈਣਾ ਹੈ, ਅਤੇ ਨਾ ਹੀ ਉਹਨੂੰ ਸਹੀ ਤਰੀਕੇ ਨਾਲ ਔਰਗਨਾਈਜ਼ ਕਰਕੇ ਕੋਈ ਡਿਸਕਸ਼ਨ ਕਰ ਸਕਦੇ ਨੇ। ਡੋਮੀਨੇਸ਼ਨ ਆਫ ਫਿਊ ਸਟੂਡੈਂਟਸ, ਕੁਝ ਵਿਦਿਆਰਥੀਆਂ ਦਾ ਭਾਰੂ ਪੈਣਾ। ਹੁਣ ਇਹਦੇ ਵੀ ਕਲਾਸ ਦੇ ਵਿੱਚ ਜਿਹੜੇ ਵਿਦਿਆਰਥੀ ਬਹੁਤ ਅੱਛੇ ਹੁੰਦੇ ਨੇ ਪੜ੍ਹਨ ਦੇ ਵਿੱਚ, ਕਈ ਵਾਰ ਉਹੀ ਡੋਮੀਨੇਟ ਕਰਦੇ ਆ। ਡੋਮੀਨੇਟ ਕਰਨ ਦਾ ਮਤਲਬ ਕਿ ਉਹ ਇਕੱਲੇ ਬੋਲਦੇ ਰਹਿੰਦੇ ਅਤੇ ਦੂਸਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਦਿੰਦਾ। ਇਸ ਕਰਕੇ ਜਿਹੜੀ ਸਾਰੀ ਕਲਾਸ ਦੀ ਪਾਰਟੀਸਪੇਸ਼ਨ ਆ ਉਹ ਇਸ ਮੈਥਡ ਦੇ ਅਕੋਰਡਿੰਗ ਪੋਸੀਬਲ ਨਹੀਂ ਹੈ। ਪ੍ਰੋਬਲਮ ਆਫ ਡੈਵੀਏਸ਼ਨ ਫਰੋਮ ਟੌਪਿਕ, ਵਿਸ਼ੇ ਤੋਂ ਭਟਕਣ ਦੀ ਸਮੱਸਿਆ। ਕਈ ਵਾਰ ਜਿਹੜੇ ਵਿਦਿਆਰਥੀ ਨੇ ਆਪਣੀ ਗੱਲ ਨੂੰ ਸਾਬਿਤ ਕਰਨ ਦੇ ਲਈ ਅਤੇ ਹੋਰ ਜਿਹੜੀਆਂ ਐਗਜ਼ਾਮਪਲਸ ਨੇ, ਹੋਰ ਜਿਹੜੇ ਐਕਸਪਲੇਨੇਸ਼ਨ ਉਹ ਦਿੰਦੇ ਰਹਿੰਦੇ ਅਤੇ ਆਪਣਾ ਜਿਹੜਾ ਐਕਚੁਅਲ ਟੌਪਿਕ ਹੁੰਦਾ ਉਹਦੇ ਤੋਂ ਬਹੁਤ ਦੂਰ ਚਲੇ ਜਾਂਦੇ ਨੇ, ਮੀਨਜ਼ ਆਪਣੇ ਟੌਪਿਕ ਤੋਂ ਭਟਕ ਜਾਂਦੇ ਨੇ। ਇਹਦੇ ਨਾਲ ਵੀ ਜਿਹੜੀ ਸਹੀ ਤਰੀਕੇ ਦੀ ਡਿਸਕਸ਼ਨ ਆ ਉਹ ਨਹੀਂ ਹੋ ਸਕੇਗੀ। ਨੈਕਸਟ ਹੈ ਲੈਕ ਆਫ ਐਫੀਸ਼ੀਐਂਟ ਟੀਚਰਸ। ਹੁਣ ਜਿਹੜੇ ਟੀਚਰ ਸਹੀ ਤਰੀਕੇ ਨਾਲ ਬੱਚਿਆਂ ਨੂੰ ਗਾਈਡ ਕਰ ਸਕਣ, ਸਹੀ ਤਰੀਕੇ ਨਾਲ ਜਿਹੜਾ ਡਿਸਕਸ਼ਨ ਮੈਥਡ ਆ ਉਹਨੂੰ ਕਲਾਸ ਦੇ ਵਿੱਚ ਯੂਜ਼ ਕਰ ਸਕਣ, ਉਹ ਟੀਚਰ ਦੀ ਵੀ ਸਾਡੇ ਕੋਲ ਕਮੀ ਹੈ। ਨੈਕਸਟ ਹੈ ਨੋਟ ਸੁਟੇਬਲ ਫॉर ਆਲ ਟਾਈਪਸ ਆਫ ਸਟੂਡੈਂਟਸ। ਹੁਣ ਸਟੂਡੈਂਟ ਸਾਰੇ ਤਰ੍ਹਾਂ ਦੇ ਹੁੰਦੇ ਆ, ਗਿਫਟਡ ਵੀ ਹੁੰਦੇ ਆ, ਸਲੋ ਲਰਨਰ ਵੀ ਹੁੰਦੇ ਆ, ਅਤੇ ਇਹ ਜਿਹੜਾ ਮੈਥਡ ਹੈ ਸਾਰੇ ਵਿਦਿਆਰਥੀਆਂ ਦੀ ਲਾਭਦਾਇਕ ਨਹੀਂ ਹੈ, ਕਿਉਂਕਿ ਜਿਹੜੇ ਬੱਚੇ ਇੰਟੈਲੀਜੈਂਟ ਨੇ ਉਹ ਜ਼ਿਆਦਾ ਸਿੱਖਣਗੇ, ਉਹੀ ਜ਼ਿਆਦਾ ਬੋਲਣਗੇ, ਉਹੀ ਵਧੀਆ ਤਰੀਕੇ ਦਾ ਮਟੀਰੀਅਲ ਇਕੱਠਾ ਕਰਕੇ ਔਰਗਨਾਈਜ਼ ਕਰ ਸਕਦੇ ਆ, ਅਤੇ ਜਿਹੜੇ ਵਿਦਿਆਰਥੀ ਸਲੋ ਲਰਨਰਸ ਨੇ ਉਹ ਇਹ ਸਾਰਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾਉਣਗੇ। ਇਸ ਕਰਕੇ ਜਿਹੜਾ ਮੈਥਡ ਹੈ ਇਹ ਸਾਰੇ ਸਟੂਡੈਂਟਸ ਦੇ ਲਈ ਲਾਭਦਾਇਕ ਨਹੀਂ ਹੈ। ਨੈਕਸਟ ਹੈ ਨਾਟ ਸੁਟੇਬਲ ਫॉर ਆਲ ਟੌਪਿਕਸ। ਜਿੰਨੇ ਵੀ ਅਸੀਂ ਟੌਪਿਕਸ ਦੀ ਗੱਲ ਕਰ ਰਹੇ ਹਾਂ, ਜੇਕਰ ਅਸੀਂ ਸਾਰੇ ਟੌਪਿਕਸ ਨੂੰ ਪੜ੍ਹਾਉਣਾ ਚਾਹੀਏ ਤਾਂ ਇਹ ਸਾਰਿਆਂ ਦੇ ਲਈ ਇਹ ਵਿਧੀ ਸੁਟੇਬਲ ਨਹੀਂ ਹੈ, ਮੀਨਜ਼ ਸਾਰੇ ਲਈ ਇਹ ਸਫੀਸ਼ੀਐਂਟ ਨਹੀਂ ਹੈ ਮੈਥਡ। ਨੈਕਸਟ ਹੈ ਪ੍ਰੋਬਲਮ ਆਫ ਡਿਬੇਟ। ਹੁਣ ਇਹਨਾਂ ਨਾਲ ਕਈ ਵਾਰ ਵਿਵਾਦ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ, ਕਿਉਂਕਿ ਕਈ ਵਾਰ ਜਿਹੜੇ ਵਿਦਿਆਰਥੀ ਨੇ ਕੁਛ ਘੱਟ ਭਾਵੁਕਤਾ ਵਾਲੇ ਹੁੰਦੇ ਨੇ ਅਤੇ ਕੁਛ ਜ਼ਿਆਦਾ ਦੁਖੀ ਹੋ ਜਾਂਦੇ ਨੇ ਛੇਤੀ, ਅਤੇ ਜਲਦੀ ਹੀ ਝਗੜੇ ਵੱਲ ਨੂੰ ਵੱਧ ਜਾਂਦੇ ਨੇ। ਇਸ ਕਰਕੇ ਕਈ ਵਾਰ ਹੋ ਸਕਦਾ ਵੀ ਇਸ ਮੈਥਡ ਦੇ ਨਾਲ ਜਿਹੜੀ ਡਿਬੇਟ ਦੀ ਪ੍ਰੋਬਲਮ ਵੀ ਆ ਜਾਵੇ। ਨੈਕਸਟ ਹੈ ਲੈਕ ਆਫ ਨੌਲੇਜ, ਜਾਣਕਾਰੀ ਦੀ ਘਾਟ। ਕਈ ਵਾਰ ਹੁਣ ਜਿਹੜੇ ਵਿਦਿਆਰਥੀ ਨੇ ਜੇਕਰ ਉਹਨਾਂ ਕੋਲ ਉਸ ਟੌਪਿਕ ਦੇ ਨਾਲ ਸੰਬੰਧਿਤ ਪ੍ਰੋਪਰ ਜਾਣਕਾਰੀ ਨਹੀਂ ਹੈ ਤਾਂ ਵੀ ਜਿਹੜਾ ਡਿਸਕਸ਼ਨ ਮੈਥਡ ਉਹਨੂੰ ਸਹੀ ਤਰੀਕੇ ਨਾਲ ਅਪਲਾਈ ਨਹੀਂ ਕੀਤਾ ਜਾ ਸਕਦਾ। ਹਰਟਸ ਫੀਲਿੰਗਸ, ਭਾਵਨਾਵਾਂ ਨੂੰ ਠੇਸ ਵੀ ਪਹੁੰਚਦੀ ਹੈ ਕਈ ਵਾਰ, ਅਤੇ ਜਿਹੜੇ ਵਿਦਿਆਰਥੀ ਨੇ ਕਈ ਵਾਰ ਉਹਨਾਂ ਦੇ ਵਿਚਾਰਾਂ ਅਤੇ ਜੇ ਅਨੁਭਵਾਂ ਦੇ ਪ੍ਰਗਟਾਵੇ ਨੂੰ ਨਹੀਂ ਮੰਨਿਆ ਜਾਂਦਾ ਤਾਂ ਉਹਨੂੰ ਬੱਚੇ ਦੀਆਂ ਜਿਹੜੀਆਂ ਫੀਲਿੰਗਸ ਨੇ ਉਹ ਹਰਟ ਹੁੰਦੀਆਂ ਨੇ। ਨੈਕਸਟ ਹੈ ਪ੍ਰੋਬਲਮ ਆਫ ਕਵਰਿੰਗ ਸਿਲੇਬਸ। ਹੁਣ ਇਸ ਮੈਥਡ ਦੇ ਨਾਲ ਜੇਕਰ ਜਿਹੜਾ ਅਧਿਆਪਕ ਆ ਉਹ ਪੜ੍ਹਾਏਗਾ ਤਾਂ ਜਿਹੜਾ ਸਿਲੇਬਸ ਆ ਉਹ ਸਹੀ ਤਰੀਕੇ ਨਾਲ ਕਵਰ ਨਹੀਂ ਹੋਏਗਾ ਅਤੇ ਨਾ ਹੀ ਟਾਈਮ ਸਿਰ ਕਵਰ ਹੋਏਗਾ। ਲੈਕ ਆਫ ਕੋਆਪਰੇਟਿਵ ਇਨਵਾਇਰਮੈਂਟ, ਕਈ ਵਾਰ ਜਿਹੜਾ ਸਕੂਲ ਦਾ ਜਾਂ ਕਲਾਸ ਦਾ ਇਨਵਾਇਰਮੈਂਟ ਆ ਉਹ ਸਹੀ ਤਰੀਕੇ ਨਾਲ ਸਹਿਯੋਗ ਵਾਲਾ ਨਹੀਂ ਹੁੰਦਾ ਅਤੇ ਉਹਦੇ ਕਰਕੇ ਵੀ ਜਿਹੜਾ ਡਿਸਕਸ਼ਨ ਮੈਥਡ ਹੈ ਉਹਨੂੰ ਅਪਲਾਈ ਨਹੀਂ ਕੀਤਾ ਜਾ ਸਕਦਾ। ਲੈਸ ਯੂਜ਼ਫੁਲ ਇਨ ਪ੍ਰੈਜੈਂਟ ਐਜੂਕੇਸ਼ਨਲ ਇਨਵਾਇਰਮੈਂਟ, ਜਿਹੜਾ ਸਾਡੀਆਂ ਵਰਤਮਾਨ ਸਿੱਖਿਆ ਹਾਲਾਤ ਨੇ ਉਹਨਾਂ ਦੇ ਵਿੱਚ ਵੀ ਇਹ ਜਿਹੜੀ ਵਿਧੀ ਹੈ ਉਹ ਬਹੁਤ ਘੱਟ ਉਪਯੋਗੀ ਹੈ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਚਾਹੀਦਾ ਵੀ ਅਸੀਂ ਜ਼ਿਆਦਾ ਨੰਬਰ ਲਈਏ, ਬੱਚੇ ਇਹ ਸੋਚਦੇ ਅਤੇ ਉਹਦੇ ਅਕੋਰਡਿੰਗ ਜਿਹੜੇ ਬੱਚੇ ਨੇ ਉਹ ਕ੍ਰੈਮਿੰਗ ਵੱਲ ਨੂੰ ਵਧਣਗੇ ਅਤੇ ਜਿਹੜੇ ਇਸ ਤਰ੍ਹਾਂ ਦੇ ਮੈਥਡ ਨੇ ਉਹਨਾਂ ਦੇ ਵੱਲ ਧਿਆਨ ਨਹੀਂ ਦੇਣਗੇ। ਨਾਓ ਸੁਜੈਸ਼ਨਸ ਫॉर ਇਫੈਕਟਿਵ ਯੂਜ਼ ਆਫ ਡਿਸਕਸ਼ਨ ਮੈਥਡ। ਡਿਸਕਸ਼ਨ ਮੈਥਡ ਨੂੰ ਸਹੀ ਤਰੀਕੇ ਨਾਲ ਕਿਵੇਂ ਯੂਜ਼ ਕੀਤਾ ਜਾ ਸਕਦਾ ਉਹਦੇ ਲਈ ਕੁਝ ਸੁਜੈਸ਼ਨਸ ਨੇ। ਸਭ ਤੋਂ ਪਹਿਲਾਂ ਕਲੀਅਰ ਓਬਜੈਕਟਿਵਸ, ਜਿਹੜਾ ਟੌਪਿਕ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਹੈ ਉਹਦਾ ਉਦੇਸ਼ ਬੱਚਿਆਂ ਦੇ ਸਾਹਮਣੇ ਅਧਿਆਪਕ ਨੂੰ ਪਹਿਲਾਂ ਹੀ ਕਲੀਅਰ ਕਰ ਦੇਣਾ ਚਾਹੀਦਾ ਹੈ, ਤਾਂ ਜੋ ਬੱਚੇ ਉਸ ਉਦੇਸ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣਾ ਜਿਹੜਾ ਮਟੀਰੀਅਲ ਹੈ ਇਕੱਠਾ ਕਰਨਗੇ। ਨੈਕਸਟ ਹੈ ਸਟੱਡੀ ਬਾਈ ਟੀਚਰ, ਅਧਿਆਪਕ ਦੁਆਰਾ ਅਧਿਐਨ। ਅਧਿਆਪਕ ਨੂੰ ਪਹਿਲਾਂ ਉਸ ਟੌਪਿਕ ਦਾ ਜਿਹੜਾ ਪੂਰਾ ਗਿਆਨ ਆ ਉਹ ਪ੍ਰਾਪਤ ਕਰ ਲੈਣਾ ਚਾਹੀਦਾ ਹੈ, ਅਤੇ ਜਿਸ ਦੇ ਲਈ ਉਹ ਸਾਰੇ ਸਰੋਤਾਂ ਤੋਂ ਅਧਿਐਨ ਕਰੇ ਤਾਂ ਲੋੜ ਪੈਣ 'ਤੇ ਤਾਂ ਜੋ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਜਿਹੜੇ ਡਾਊਟਸ ਨੇ ਉਹਨਾਂ ਨੂੰ ਕਲੀਅਰ ਕਰ ਸਕੇ, ਅਤੇ ਦੂਸਰਾ ਉਹ ਵਿਦਿਆਰਥੀਆਂ ਦਾ ਜਿਹੜਾ ਮਾਰਗਦਰਸ਼ਨ ਹੈ ਉਹਨਾਂ ਨੂੰ ਗਾਈਡਲਾਈਨਸ ਆ ਉਹ ਵੀ ਵਧੀਆ ਤਰੀਕੇ ਨਾਲ ਦੇ ਸਕੇਗਾ। ਨੈਕਸਟ ਹੈ ਨੋ ਡਿਸਕ੍ਰੀਮੀਨੇਸ਼ਨ, ਜਿਹੜਾ ਅਧਿਆਪਕ ਆ ਉਹਨੇ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਹੀਂ ਕਰਨਾ, ਕਿਉਂਕਿ ਜਿਹੜੇ ਵਿਦਿਆਰਥੀ ਇੰਟੈਲੀਜੈਂਟ ਹੁੰਦੇ ਨੇ ਮੋਸਟਲੀ ਹੁੰਦਾ ਹੈ ਕਿ ਜਿਹੜੇ ਅਧਿਆਪਕ ਨੇ ਉਹਨਾਂ ਦਾ ਪੱਖ ਹਮੇਸ਼ਾ ਹੀ ਪੂਰਦੇ ਨੇ। ਇਸ ਕਰਕੇ
ਜਿਹੜਾ ਡਿਸਕਸ਼ਨ ਮੈਥਡ ਨੂੰ ਅਗਰ ਅਸੀਂ ਸਕਸੈਸਫੁਲ ਬਣਾਉਣਾ ਤਾਂ ਕਿਸੇ ਵਿਦਿਆਰਥੀ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਡਿਸਕ੍ਰਿਮੀਨੇਸ਼ਨ ਹੈ ਅਧਿਆਪਕ ਵੱਲੋਂ ਨਹੀਂ ਕੀਤਾ ਜਾਣਾ ਚਾਹੀਦਾ। ਟੀਚਰ ਸ਼ੁੱਡ ਕੀਪ ਡਿਸਕਸ਼ਨ ਔਨ ਟਰੈਕ, ਅਤੇ ਅਧਿਆਪਕ ਨੂੰ ਚਾਹੀਦਾ ਕਿ ਜਿਹੜਾ ਡਿਸਕਸ਼ਨ ਜਦੋਂ ਚੱਲ ਰਹੀ ਹੈ ਉਹਦੀ ਸਹੀ ਤਰੀਕੇ ਨਾਲ ਜਿਹੜੀ ਇਵੈਲੂਏਸ਼ਨ ਹੈ ਉਹਦੀ ਓਬਜ਼ਰਵੇਸ਼ਨ ਕਰਦਾ ਰਹੇ, ਤਾਂ ਜੋ ਜਿਹੜਾ ਡਿਸਕਸ਼ਨ ਹੈ ਜਿਸ ਟੌਪਿਕ 'ਤੇ ਹੋ ਰਹੀ ਹੈ ਉਹਨੂੰ ਸਹੀ ਟਰੈਕ 'ਤੇ, ਉਹਨੂੰ ਸਹੀ ਰਸਤੇ 'ਤੇ ਰੱਖਿਆ ਜਾ ਸਕੇ। ਅਤੇ ਅਧਿਆਪਕ ਨੂੰ ਇਹ ਪਤਾ ਲੱਗੇ ਕਿ ਜੇਕਰ ਕੋਈ ਵਿਦਿਆਰਥੀ ਉਸ ਤੋਂ ਭਟਕ ਰਹੇ ਨੇ ਤਾਂ ਉਹਨਾਂ ਨੂੰ ਵਾਪਸ ਆਪਣੇ ਟੌਪਿਕ 'ਤੇ ਆਉਣ ਦੇ ਲਈ ਕਿਹਾ ਜਾ ਸਕਦਾ ਹੈ। ਨੈਕਸਟ ਹੈ ਕ੍ਰੀਏਟ ਡੈਮੋਕ੍ਰੈਟਿਕ ਇਨਵਾਇਰਮੈਂਟ, ਅਤੇ ਅਧਿਆਪਕ ਨੂੰ ਚਾਹੀਦਾ ਕਿ ਸਾਰੇ ਵਿਦਿਆਰਥੀਆਂ ਨੂੰ ਮੌਕਾ ਵੀ ਦੇਵੇ ਅਤੇ ਜਿਹੜਾ ਲੋਕਤੰਤਰੀ ਵਾਤਾਵਰਨ ਆ ਉਹ ਕਲਾਸ ਦੇ ਵਿੱਚ ਪੈਦਾ ਕਰੇ, ਤਾਂ ਜੋ ਜਿਹੜੇ ਵਿਦਿਆਰਥੀ ਨੇ ਉਹ ਸਹੀ ਤਰੀਕੇ ਨਾਲ ਜਿਹੜਾ ਡਿਸਕਸ਼ਨ ਮੈਥਡ ਹੈ ਉਹਦੇ ਅਕੋਰਡਿੰਗ ਆਪਣਾ ਕੰਮ ਕਰ ਸਕਣ। ਚੈੱਕ ਔਨ ਡੋਮੀਨੇਸ਼ਨ ਆਫ ਫਿਊ ਸਟੂਡੈਂਟਸ, ਕੁਝ ਵਿਦਿਆਰਥੀਆਂ ਦੇ ਭਾਰੂ ਹੋਣ ਨੂੰ ਰੋਕਣਾ। ਜਿਵੇਂ ਕਿ ਕਲਾਸ ਦੇ ਵਿੱਚ ਅਸੀਂ ਗੱਲ ਕੀਤੀ ਸੀ ਵੀ ਜਿਹੜਾ ਅਧਿਆਪਕ ਉਹਨੇ ਨਿਰੀਖਣ ਕਰਨਾ ਹੁੰਦਾ, ਅਤੇ ਜੇਕਰ ਕੁਛ ਵਿਦਿਆਰਥੀ ਜਿਹੜੇ ਇੰਟੈਲੀਜੈਂਟ ਹੁੰਦੇ ਨੇ ਵਾਰ-ਵਾਰ ਬੋਲਣ ਦਾ ਮੌਕਾ ਭਾਲਦੇ ਕਿ ਹਾਂਜੀ ਸਾਨੂੰ ਅਸੀਂ ਇਹ ਕਹਿਣਾ, ਤਾਂ ਜਿਹੜਾ ਅਧਿਆਪਕ ਹੈ ਉਹਨਾਂ ਨੇ ਉਹਨਾਂ ਨੂੰ ਤਾਰੀਫ ਕਰਕੇ ਵੀ ਹਾਂ ਤੁਹਾਨੂੰ ਸਾਰਾ ਕੁਝ ਆਉਂਦਾ ਹੈ ਅਤੇ ਤੁਸੀਂ ਹੁਣ ਥੋੜ੍ਹੀ ਦੇਰ ਲਈ ਚੁੱਪ ਕਰਕੇ ਬੈਠੋਗੇ। ਨੈਕਸਟ ਇਜ਼ ਮੋਟੀਵੇਸ਼ਨ, ਪ੍ਰੇਰਨਾ। ਖਾਸ ਤੌਰ 'ਤੇ ਉਹਨਾਂ ਵਿਦਿਆਰਥੀਆਂ ਨੂੰ ਹੌਸਲਾ ਦੇਣਾ ਚਾਹੀਦਾ ਜੋ ਕਿ ਨਾ ਮਾਤਰ ਜਾਂ ਬਹੁਤ ਘੱਟ ਭਾਗ ਲੈਂਦੇ ਨੇ ਜਾਂ ਬੋਲਦੇ ਨੇ, ਅਤੇ ਅਧਿਆਪਕ ਦੇ ਵਿੱਚ ਇਹ ਇੱਕ ਕਲਾ ਹੋਣੀ ਜ਼ਰੂਰੀ ਹੈ ਕਿ ਉਹਨੇ ਨਾ ਬੋਲਣ ਵਾਲੇ ਵਿਦਿਆਰਥੀਆਂ ਨੂੰ ਕਿਸ ਤਰੀਕੇ ਨਾਲ ਐਕਟਿਵ ਬਣਾਉਣਾ ਹੈ। ਇਹ ਕਲਾ ਹੋਣੀ ਅਧਿਆਪਕ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ। ਨੈਕਸਟ ਹੈ ਯੂਜ਼ ਆਫ ਆਡੀਓ ਵਿਜ਼ੂਅਲ ਏਡਸ, ਸਹਾਇਕ ਸਮੱਗਰੀ ਦੀ ਵਰਤੋਂ। ਅਧਿਆਪਕ ਨੂੰ ਜਿਹੜਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਟੀਚਿੰਗ ਏਡ ਹੈ, ਭਾਵੇਂ ਬਲੈਕ ਬੋਰਡ ਹੈ, ਤਾਂ ਕਿ ਉਹਦੇ ਉੱਪਰ ਜਿਹੜੇ ਮੇਨ ਪੁਆਇੰਟਸ ਨੇ ਉਹ ਨੋਟ ਕੀਤੇ ਜਾ ਸਕਣ। ਕੋਈ ਜਿਹੜਾ ਹੋਰ ਮਟੀਰੀਅਲ, ਕੋਈ ਚਾਰਟ, ਇਸ ਤਰੀਕੇ ਦਾ ਜਿਹੜਾ ਅਧਿਆਪਕ ਉਹ ਚੀਜ਼ਾਂ ਵੀ ਯੂਜ਼ ਕਰ ਸਕਦਾ ਹੈ ਤਾਂ ਜੋ ਇੰਟਰਸਟਿੰਗ ਵੀ ਬਣਿਆ ਰਹੇ। ਨੈਕਸਟ ਹੈ ਮੇਨਟੇਨ ਡਿਸਿਪਲਿਨ, ਡਿਸਿਪਲਿਨ ਵੀ ਮੇਨਟੇਨ ਰੱਖਣਾ ਜ਼ਰੂਰੀ ਹੈ, ਅਤੇ ਅਧਿਆਪਕ ਨੇ ਦੇਖਣਾ ਕਿ ਜਿਹੜੇ ਵਿਦਿਆਰਥੀ ਨੇ ਉਹ ਡਿਸਕਸ਼ਨ ਸਹੀ ਤਰੀਕੇ ਨਾਲ ਕਰ ਰਹੇ ਨੇ, ਕਿਸੇ ਤਰੀਕੇ ਦਾ ਜਿਹੜਾ ਸ਼ੋਰ ਸ਼ਰਾਬਾ ਉਹ 'ਤੇ ਨਹੀਂ ਕਰ ਰਹੇ। ਸਿੰਪਲੀਫਾਈ, ਸਰਲੀਕਰਨ। ਅਧਿਆਪਕ ਨੂੰ ਜਿਹੜੇ ਹੁਸ਼ਿਆਰ ਵਿਦਿਆਰਥੀਆਂ ਦੇ ਰਾਹੀਂ ਪੇਸ਼ ਕੀਤੇ ਗਏ ਮੁਸ਼ਕਿਲ ਵਿਚਾਰ ਸੌਖੇ ਕਰਕੇ ਸਾਰੇ ਵਿਦਿਆਰਥੀਆਂ ਨੂੰ ਦੱਸਣੇ ਚਾਹੀਦੇ ਨੇ, ਤਾਂ ਜੋ ਬਾਕੀ ਦੇ ਜਿਹੜੇ ਵਿਦਿਆਰਥੀ ਨੇ ਉਹ ਵੀ ਸਹੀ ਢੰਗ ਦੇ ਨਾਲ ਆਪਣਾ ਜਿਹੜਾ ਰਿਸਪੌਂਸ ਹੈ ਅਧਿਆਪਕ ਅੱਗੇ ਪੇਸ਼ ਕਰ ਸਕਣ। ਨੈਕਸਟ ਹੈ ਯੂਜ਼ ਆਫ ਮਦਰ ਟੰਗ, ਮਾਤ ਭਾਸ਼ਾ ਦਾ ਪ੍ਰਯੋਗ ਕਰਨਾ ਹੈ, ਤਾਂ ਜੋ ਜਿਹੜੇ ਵਿਦਿਆਰਥੀ ਨੇ ਉਹ ਸਾਰੇ ਸ਼ਬਦਾਂ ਨੂੰ ਅਤੇ ਸਾਰੀਆਂ ਜਿਹੜੀਆਂ ਲਾਈਨਸ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਸਮਝ ਸਕਣ। ਪ੍ਰੋਵਾਈਡ ਟਾਈਮ ਅਕੋਰਡਿੰਗ ਟੂ ਨੀਡ, ਜ਼ਰੂਰਤ ਅਨੁਸਾਰ ਸਮਾਂ ਦੇਣਾ। ਵਿਦਿਆਰਥੀਆਂ ਨੂੰ ਡਿਸਕਸ਼ਨ ਦੀ ਤਿਆਰੀ ਦੇ ਲਈ ਜਿਹੜਾ ਟਾਈਮ ਹੈ ਉਹ ਦੇਖਣਾ ਵੀ ਟੌਪਿਕ ਔਖਾ ਹੈ ਜਾਂ ਸੌਖਾ ਹੈ, ਉਹਦੇ ਅਕੋਰਡਿੰਗ ਦੇਣਾ ਚਾਹੀਦਾ ਹੈ। ਫਿਰ ਡਿਸਕਸ਼ਨ ਦੇ ਲਈ ਵੀ ਇੱਕ ਤੋਂ ਜਿਹੜਾ ਜ਼ਿਆਦਾ ਪੀਰੀਅਡ ਹੈ ਉਹਦਾ ਟਾਈਮ ਨਿਰਧਾਰਿਤ ਕਰਨਾ ਚਾਹੀਦਾ ਹੈ। ਮੀਨਜ਼ ਇੱਕ ਪੀਰੀਅਡ ਦੇ ਵਿੱਚ ਜਿਹੜੀ ਡਿਸਕਸ਼ਨ ਹੈ ਇੱਕ ਟੌਪਿਕ 'ਤੇ ਪੋਸੀਬਲ ਨਹੀਂ ਹੋ ਸਕਦੀ। ਕਲੈਰੀਫਿਕੇਸ਼ਨ, ਸਪਸ਼ਟੀਕਰਨ। ਅਧਿਆਪਕ ਨੂੰ ਵੀ ਡਿਸਕਸ਼ਨ ਦਾ ਜਿਹੜਾ ਉਪ ਵਿਸ਼ਾ ਅਤੇ ਉਹਦੇ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਜਿਹੜੇ ਕੋਈ ਮੁੱਖ ਸ਼ਬਦ ਨੇ, ਕਈ ਵਾਰ ਕੋਈ ਡਿਫੀਕਲਟ ਵਰਡਸ ਹੁੰਦੇ ਨੇ, ਉਹ ਪਹਿਲਾਂ ਤੋਂ ਹੀ ਵਿਦਿਆਰਥੀਆਂ ਨੂੰ ਸਪਸ਼ਟ ਕਰ ਦੇਣੇ ਚਾਹੀਦੇ ਨੇ। ਨੈਕਸਟ ਹੈ ਰੀਇਨਫੋਰਸਮੈਂਟ, ਪ੍ਰਤੀਬਲਨ। ਅਧਿਆਪਕ ਨੂੰ ਚਰਚਾ ਦੇ ਦੌਰਾਨ, ਡਿਸਕਸ਼ਨ ਦੇ ਦੌਰਾਨ ਜਿਹੜੇ ਵੇਰੀਏਬਲ ਰੀਇਨਫੋਰਸਮੈਂਟ ਹੈ ਉਹਦਾ ਵੀ ਪ੍ਰਯੋਗ ਕਰਨਾ ਚਾਹੀਦਾ ਹੈ। ਨੈਕਸਟ ਹੈ ਡਿਵੈਲਪਮੈਂਟ ਆਫ ਟੀਮ ਸਪਿਰਿਟ, ਵਿਦਿਆਰਥੀਆਂ ਦੇ ਵਿੱਚ ਜਿਹੜੀ ਟੀਮ ਦੀ ਭਾਵਨਾ ਹੈ ਉਹ ਵੀ ਅਧਿਆਪਕ ਨੇ ਪੈਦਾ ਕਰਨੀ ਹੁੰਦੀ ਹੈ, ਤਾਂ ਜੋ ਜਿਹੜੀ ਸਹੀ ਤਰੀਕੇ ਦੀ ਡਿਸਕਸ਼ਨ ਹੈ ਉਹ ਚੱਲ ਸਕੇ। ਫੋਕਸ ਔਨ ਮੇਨ ਪੁਆਇੰਟਸ, ਮੁੱਖ ਬਿੰਦੂਆਂ 'ਤੇ ਕੇਂਦਰ। ਜਿਹੜੇ ਆਸਪੈਕਟਸ ਜਾਂ ਜਿਹੜੇ ਪੁਆਇੰਟਸ ਘੱਟ ਮਹੱਤਵਪੂਰਨ ਨੇ ਉਹਨਾਂ ਨੂੰ ਘੱਟ ਸਮਾਂ, ਅਤੇ ਜਿਹੜੇ ਅਸਪਸ਼ਟ ਨੇ ਮੀਨਜ਼ ਕਲੀਅਰ ਨਹੀਂ ਹੈਗੇ ਬੱਚਿਆਂ ਨੂੰ, ਉਹਨਾਂ ਦੇ ਉੱਪਰ ਜਿਹੜੀ ਜ਼ਿਆਦਾ ਡਿਸਕਸ਼ਨ ਹੈ ਉਹ ਕਰਵਾਉਣੀ ਚਾਹੀਦੀ ਹੈ। ਨੈਕਸਟ ਹੈ ਕੰਪਰੀਹੈਂਸਿਵ ਕਨਕਲੂਜਨ, ਵਿਆਪਕ ਸਿੱਟੇ। ਕੱਢੇ ਜਾਣ ਵਾਲੇ ਜਿਹੜੇ ਕਨਕਲੂਜਨ ਨੇ ਉਹ ਮਿੱਥੇ ਉਦੇਸ਼ਾਂ ਦੀ ਪ੍ਰਾਪਤੀ ਦੇ ਅਨੁਕੂਲ ਹੋਣੇ ਚਾਹੀਦੇ ਨੇ, ਅਤੇ ਸਾਰੇ ਹੀ ਉਦੇਸ਼ਾਂ ਨੂੰ ਕਨਕਲੂਜਨ ਦੇ ਰਾਹੀਂ ਮੀਨਜ਼ ਇਕੱਠਾ ਇਹ ਹੋਣਾ ਚਾਹੀਦਾ ਵੀ ਹਾਂ ਇਹ ਮੈਚ ਕਰ ਰਹੇ ਨੇ। ਅਤੇ ਸਿੱਟੇ ਨੇ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਵਿਗਿਆਨਿਕ ਹੋਣੇ ਚਾਹੀਦੇ ਨੇ, ਮੀਨਜ਼ ਸਾਇੰਟੀਫਿਕ ਹੋਣੇ ਚਾਹੀਦੇ ਨੇ, ਅਤੇ ਪ੍ਰਵਾਨਿਤ ਹੋਣੇ ਚਾਹੀਦੇ ਨੇ, ਮੀਨਜ਼ ਜਿਹੜੇ ਕਿ ਸਾਰੇ ਅਸੈਪਟ ਕਰ ਰਹੇ ਹੋਣ। ਨੈਕਸਟ ਹੈ ਰਿਟਨ ਸਮਰੀ, ਲਿਖਤੀ ਸਾਰ। ਡਿਸਕਸ਼ਨ ਦਾ ਜੋ ਵੀ ਜਿਹੜਾ ਸਾਰ ਹੈ, ਕਨਕਲੂਜਨ ਹੈ, ਜੋ ਸਿੱਟਿਆਂ ਤੋਂ ਕੁਝ ਜ਼ਿਆਦਾ ਹੋਵੇਗਾ ਅਤੇ ਲਿਖਤੀ ਰੂਪ ਦੇ ਵਿੱਚ ਪ੍ਰਦਾਨ ਕਰਨਾ ਚਾਹੀਦਾ ਹੈ, ਕਿਉਂਕਿ ਇਹ ਬੱਚਿਆਂ ਦੀਆਂ ਪ੍ਰੀਖਿਆ ਦੀਆਂ ਲੋੜਾਂ ਪੂਰੀਆਂ ਕਰਨ ਦੇ ਵਿੱਚ ਸਹਾਇਕ ਹੋਏਗਾ। ਡੀਅਰ ਸਟੂਡੈਂਟਸ, ਮੈਂ ਉਮੀਦ ਕਰਦੀ ਹਾਂ ਕਿ ਇਹ ਵੀਡੀਓ ਵੀ ਤੁਹਾਡੇ ਲਈ ਹੈਲਪਫੁਲ ਹੋਏਗੀ। ਥੈਂਕ ਯੂ।